हेलो एवरीवन, वेलकम टू ਸਾਬਲ ਕਲਾਸਿਸ। ਤਾਂ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਪਾਂ ਸੀਟੈਟ ਦਾ ਇੱਕ ਪੇਪਰ ਸੋਲਵ ਕਰਨ ਜਾ ਰਹੇ ਹਾਂ ਜੀ, ਜੋ ਕਿ ਪੇਪਰ ਸੈਕੰਡ ਹੈ ਜੀ, ਦਸੰਬਰ 2019 ਦਾ, ਔਰ ਲੈਂਗੁਏਜ ਫਸਟ ਹੈ ਜੀ। ਇਸ ਦੇ ਨਾਲ ਹੀ ਜਿਹੜੇ ਸਾਥੀ ਸੀਟੈਟ ਦੀ ਜਿਹੜੀ ਹੈ ਕੋਚਿੰਗ ਲੈ ਰਹੇ ਆ ਜੀ, ਜਾਂ ਕੋਚਿੰਗ ਲੈਣਾ ਚਾਹੁੰਦੇ ਆ ਜਾਂ ਤਿਆਰੀ ਕਰ ਰਹੇ ਆ, ਤਾਂ ਸਾਬਲ ਕਲਾਸਿਸ ਦੇ ਵਿੱਚ WhatsApp ਗਰੁੱਪ ਦੇ ਵਿੱਚ ਜੁੜਨ ਲਈ WhatsApp ਮੈਸੇਜ ਤੁਸੀਂ ਕਰੋਗੇ ਜੀ, ਆਪਣਾ ਨੇਮ ਲਿਖ ਕੇ, ਸੀਟੈਟ ਲਿਖ ਕੇ ਤੇ ਸਟੇਟ ਲਿਖ ਕੇ ਜੀ, ਇਹਨਾਂ ਮੋਬਾਈਲ ਨੰਬਰਾਂ ਦੇ ਉੱਪਰ ਤੁਸੀਂ ਮੈਸੇਜ ਕਰੋਗੇ ਔਰ ਉਸ ਗਰੁੱਪ ਨਾਲ ਤੁਸੀਂ ਜੁੜ ਜਾਓਗੇ ਜੀ। ਇਹ ਗਰੁੱਪ ਜਿਹੜਾ ਹੈ ਜੀ ਫ੍ਰੀ ਗਰੁੱਪ ਹੈ ਜੀ, ਇਸ ਦਾ ਕੋਈ ਚਾਰਜ ਨਹੀਂ ਹੈ। ਔਰ ਜੇ ਤੁਸੀਂ ਟੈਲੀਗ੍ਰਾਮ ਗਰੁੱਪ ਦੇ ਨਾਲ ਵੀ ਜੁੜਨਾ ਚਾਹੁੰਦੇ ਹੋ ਤਾਂ ਟੈਲੀਗ੍ਰਾਮ ਦੇ ਵਿੱਚ ਤੁਸੀਂ ਸਰਚ ਆਪਸ਼ਨ ਦੇ ਵਿੱਚ ਜਾ ਕੇ ਸਾਵਲ ਸੀਟੈਟ ਟਾਈਪ ਕਰੋਗੇ ਤਾਂ ਇਸ ਗਰੁੱਪ ਨਾਲ ਤੁਸੀਂ ਜੁੜ ਜਾਓਗੇ। ਤਾਂ ਦੋਵੇਂ ਹੀ ਤਰ੍ਹਾਂ ਨਾਲ ਤੁਸੀਂ ਜਿਹੜਾ ਹੈ ਸਾਵਲ ਕਲਾਸਿਸ ਨਾਲ ਜੁੜੋਗੇ, WhatsApp ਗਰੁੱਪ ਦੇ ਨਾਲ ਵੀ ਤੇ ਟੈਲੀਗ੍ਰਾਮ ਗਰੁੱਪ ਦੇ ਨਾਲ ਵੀ ਜੀ। ਠੀਕ ਹੈ, ਇਹਨਾਂ ਦੇ ਵਿੱਚ ਕੀ ਹੈ ਜੀ, ਦੋਵਾਂ ਦੇ ਵਿੱਚ PDF ਵਗੈਰਾ ਜਿਹੜੀ ਹੈ ਸੈਂਡ ਕੀਤੀ ਜਾਂਦੀ ਹੈ ਜੀ, ਜੋ ਕਿ ਸਟੂਡੈਂਟਸ ਜਿਹੜੇ ਸੀਟੈਟ ਦੀ ਤਿਆਰੀ ਕਰ ਰਹੇ ਆ ਜੀ, ਉਹਨਾਂ ਲਈ ਬਹੁਤ ਹੀ ਫਾਇਦੇਮੰਦ ਹੋ ਸਕਦੀ ਹੈ। ਇਹ ਸਿਰਫ ਪੰਜਾਬੀ ਦੀ ਹੀ ਨਹੀਂ ਗੱਲ ਕਰ ਰਹੇ ਆਪਾਂ, ਸਾਰੇ ਸਬਜੈਕਟ ਦੀ ਵੀ ਇਹਦੇ ਵਿੱਚ ਜਿਹੜੀ ਹੈ WhatsApp ਗਰੁੱਪ ਅਤੇ ਟੈਲੀਗ੍ਰਾਮ ਗਰੁੱਪ ਬਣੇ ਹੋਏ ਆ ਜੀ। ਤਾਂ ਆਓ ਜੀ ਫਿਰ ਆਪਾਂ ਪੇਪਰ ਡਿਸਕਸ ਕਰਦੇ ਹਾਂ ਜੀ। ਆਪਣਾ ਪੇਪਰ ਜਿਵੇਂ ਕਿ ਇੱਕ ਪੈਰਾ ਰਚਨਾ ਤੋਂ ਸ਼ੁਰੂ ਹੁੰਦਾ ਹੈ। ਜਿਵੇਂ ਕਿ ਪੈਰਾ ਰਚਨਾ ਤੁਹਾਨੂੰ ਦੱਸਿਆ ਹੀ ਸੀ ਕਿ ਪੈਰਾ ਰਚਨਾ ਪੇਪਰ ਦੇ ਵਿੱਚ ਕਿਉਂ ਆਉਂਦਾ ਜੀ, ਕਿ ਇਹ ਜਿਹੜੇ ਹੈ ਸਟੂਡੈਂਟ ਦੀ ਜਿਹੜਾ ਪੈਰਾ ਰਚਨਾ ਨੂੰ, ਗੱਲਬਾਤ ਨੂੰ ਸਮਝਣ ਦੇ ਵਿੱਚ ਇਕਾਗਰਤਾ, ਉਹਨਾਂ ਦੀ ਜਿਹੜੀ ਹੈ ਭਾਵਨਾ, ਠੀਕ ਹੈ, ਉਹਨਾਂ ਦੀ ਜਿਹੜੀ ਹੈ ਇੱਕ ਤਰ੍ਹਾਂ ਦੀ ਹੁਸ਼ਿਆਰੀ ਤਰ੍ਹਾਂ ਨਾਲ ਕਿਸ ਤਰੀਕੇ ਨਾਲ ਉਹ ਸਮਝ ਪਾਉਂਦੇ ਆ ਜਾਂ ਨਹੀਂ ਸਮਝ ਪਾਉਂਦੇ, ਤਾਂ ਇਹ ਯੋਗਤਾ ਜਾਂਚਣ ਦੇ ਵਾਸਤੇ ਪੈਰਾ ਰਚਨਾ ਆਉਂਦਾ ਜੀ ਪੇਪਰ ਦੇ ਵਿੱਚ। ਤਾਂ ਆਓ ਫਿਰ ਆਪਾਂ ਪੈਰਾ ਰਚਨਾ ਪੜ੍ਹਦੇ ਹਾਂ ਤੇ ਉਸਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਪੰਜਾਬ ਦੀ ਬੋਲੀ ਪੰਜਾਬੀ ਹੈ, ਪਰ ਪੰਜਾਬ ਕਿਹੜਾ? ਇਹ ਮੁਲਕ ਦੀਆਂ ਹੱਦਾਂ ਬਦਲਦੀਆਂ ਆਈਆਂ ਹਨ। ਭੂਗੋਲਿਕ ਜਾਂ ਜੁਗਰਾਫਈ ਹੱਦਾਂ ਤਾਂ ਉਹੀ ਹਨ ਜੋ ਸ਼ੁਰੂ ਤੋਂ ਚਲੀਆਂ ਆਉਂਦੀਆਂ ਹਨ। ਭਾਵੇਂ ਇੱਕ ਪਾਸੇ ਸੁਰਸਤੀ, ਜੋ ਕਦੇ ਸਤਲੁਜ ਤੇ ਜਮਨਾ ਦੇ ਵਿਚਕਾਰ ਵਗਦੀ ਸੀ, ਅਤੇ ਦੂਜੇ ਪਾਸੇ ਅਟਕ, ਇਸ ਨੂੰ ਸਪਤ ਸਿੰਧੂ ਵੀ ਆਖਦੇ ਹਨ, ਕਿਉਂਕਿ ਇਸ ਵਿੱਚ 7 ਦਰਿਆ ਵਹਿੰਦੇ ਸਨ। ਪਿੱਛੋਂ ਜਾ ਕੇ ਮੁਲਕੀ ਵੰਡ ਅਨੁਸਾਰ ਇਹ ਇਲਾਕਾ ਕੁਝ ਘੱਟ ਕੀਤਾ ਗਿਆ ਅਤੇ ਪੰਜਾਬ ਅਖਵਾਉਣ ਲੱਗਾ, ਅਰਥਾਤ 5 ਦਰਿਆਵਾਂ ਵਾਲਾ ਮੁਲਕ, ਜਿਸ ਵਿੱਚੋਂ ਅਟਕ ਦਾ ਇਲਾਕਾ ਕਾਬਲ ਨਾਲ ਰਲਾ ਦਿੱਤਾ ਗਿਆ ਅਤੇ ਪੂਰਬ ਵਿੱਚੋਂ ਸੁਰਸਤੀ ਦਰਿਆ ਸੁੱਕ ਕੇ ਲੋਪ ਹੋ ਗਿਆ, ਜਿਸ ਕਰਕੇ ਇਸ ਇਲਾਕੇ ਵਿੱਚ 5 ਦਰਿਆ ਰਹਿ ਗਏ: ਸਤਲੁਜ, ਬਿਆਸ, ਰਾਵੀ, ਝਨਾ ਤੇ ਜੇਹਲਮ। ਇਹ ਸਾਰੇ ਇਲਾਕੇ ਦੀ ਬੋਲੀ ਪੰਜਾਬੀ ਹੈ, ਜਿਸ ਵਿੱਚ ਮਾਲਵਾ, ਦੁਆਬਾ, ਮਾਝਾ, ਬਾਰ, ਮੁਲਤਾਨ, ਧਨੀ, ਪੋਠੋਹਾਰ ਸ਼ਾਮਿਲ ਹਨ। ਪੂਰਬ ਵਾਲੇ ਪਾਸੇ ਅੰਬਾਲੇ ਦੇ ਜ਼ਿਲ੍ਹੇ ਵਿੱਚ ਰੋਪੜ ਤੇ ਖਰੜ ਦੀਆਂ ਤਹਿਸੀਲਾਂ ਪੰਜਾਬੀ ਬੋਲਦੀਆਂ ਹਨ ਤੇ ਬਾਕੀ ਦੀਆਂ ਨਹੀਂ। ਘੱਗਰ ਦਰਿਆ ਹੱਦਬੰਦਾ ਹੈ। ਕਈ ਲੋਕ ਗ੍ਰੀਅਰਸਨ ਪਿੱਛੇ ਲੱਗ ਕੇ ਲਹਿੰਦੇ ਪਾਸੇ ਹੀ ਬੋਲੀ ਨੂੰ ਪੰਜਾਬੀ ਵਿੱਚੋਂ ਕੱਢ ਦਿੰਦੇ ਹਨ, ਪਰ ਇਹ ਠੀਕ ਨਹੀਂ। ਲਹਿੰਦੀ ਪੰਜਾਬੀ ਦਾ ਨਿਗਰ ਅੰਗ ਹੈ, ਇਸ ਦਾ ਸਾਹਿਤ ਪੰਜਾਬੀ ਦਾ ਮਾਨ ਹੈ। ਕੌਣ ਕਹਿ ਸਕਦਾ ਹੈ ਕਿ ਮੁਲਤਾਨ ਦੇ ਅਲੀ ਹੈਦਰ ਦੀਆਂ ਸ਼ੀਰਫੀਆਂ ਪੰਜਾਬੀ ਨਹੀਂ? ਤਾਂ ਇਹਦੇ ਵਿੱਚ ਪੰਜਾਬ ਤੇ ਪੰਜਾਬ ਦੀਆਂ ਹੱਦਾਂ ਤੇ ਪੰਜਾਬ ਦੇ ਦਰਿਆਵਾਂ ਤੇ ਪੰਜਾਬ ਦੀਆਂ ਬੋਲੀਆਂ ਜਾਂ ਉਪ ਬੋਲੀਆਂ ਦੀ ਗੱਲ ਕੀਤੀ ਗਈ ਹੈ ਜੀ। ਤਾਂ ਆਓ ਫਿਰ ਆਪਾਂ ਇਹਨਾਂ ਦੇ ਪ੍ਰਸ਼ਨ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੀਏ। ਤਾਂ ਪ੍ਰਸ਼ਨ ਹੈ ਜੀ ਆਪਣਾ 91 ਨੰਬਰ, ਜੋ ਕਿ ਪਹਿਲਾ ਹੀ ਕੁਐਸਚਨ ਹੈ ਜੀ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸੀਟੈਟ ਦੇ ਵਿੱਚ 1 ਤੋਂ ਲੈ ਕੇ 150 ਕੁਐਸਚਨ ਹੁੰਦੇ ਆ ਜੀ। ਉਹਨਾਂ ਦੇ ਵਿੱਚੋਂ ਜਿਹੜੀ ਸੀਰੀਜ਼ ਹੈ ਪੰਜਾਬੀ ਭਾਸ਼ਾ ਦੀ, ਉਹ 91 ਤੋਂ ਜਿਵੇਂ ਸ਼ੁਰੂ ਹੁੰਦੀ ਹੈ ਜੀ। ਸਪਤ ਸਿੰਧੂ ਤੋਂ ਕੀ ਭਾਵ ਹੈ ਜੀ? 7 ਸਭਿਅਤਾਵਾਂ ਦੀ ਧਰਤੀ, 7 ਬਹਾਦਰ ਯੋਧਿਆਂ ਦੀ ਧਰਤੀ, 7 ਦਰਿਆਵਾਂ ਦੀ ਧਰਤੀ, 7 ਪੀਰਾਂ ਦੀ ਧਰਤੀ। ਤਾਂ ਇੱਥੇ ਫਿਰ ਕੀ ਹੈ ਜੀ, ਆਪਣੇ ਕੋਲ ਬਿਲਕੁਲ ਇਹਦੇ ਵਿੱਚ ਸਾਫ਼ ਸਪਸ਼ਟ ਲਿਖਿਆ ਹੋਇਆ ਸੀ, ਸਪਤ ਸਿੰਧੂ ਕਿਸ ਨੂੰ ਕਿਹਾ ਗਿਆ ਜੀ? 7 ਦਰਿਆਵਾਂ ਦੀ ਧਰਤੀ ਨੂੰ। ਅੱਗੇ ਚੱਲਦੇ ਹਾਂ ਜੀ। ਪ੍ਰਸ਼ਨ ਹੈ ਜੀ ਆਪਣੇ ਕੋਲੇ 92 ਨੰਬਰ, ਅਟਕ ਦਾ ਇਲਾਕਾ ਕਿਸ ਰਾਜਨੀਤਿਕ ਖੇਤਰ ਨਾਲ ਮਿਲਾਇਆ ਗਿਆ? ਕਾਬਲ ਨਾਲ, ਤਜਾਕਿਸਤਾਨ ਨਾਲ, ਤਿੱਬਤ ਨਾਲ ਜਾਂ ਮਾਝੇ ਨਾਲ ਜੀ? ਤਾਂ ਇਸ ਦਾ ਆਨਸਰ ਆਏਗਾ ਜੀ ਪਹਿਲਾ ਆਪਸ਼ਨ, ਕਾਬਲ ਦੇ ਨਾਲ। ਅੱਗੇ ਹੈ ਜੀ ਪ੍ਰਸ਼ਨ ਨੰਬਰ 93, ਪੰਜਾਬ ਦੇ 5 ਦਰਿਆਵਾਂ ਸਤਲੁਜ, ਬਿਆਸ,
ਰਾਵੀ, ਝਨਾ ਤੇ ਜੇਹਲਮ ਨਾਲ ਕਿਸ ਇਲਾਕੇ ਦਾ ਸੰਬੰਧ ਨਹੀਂ ਜੀ। ਜਿਹੜਾ ਨਹੀਂ ਹੈ ਉਹ ਆਪਾਂ ਭਾਲਣਾ ਹੈ। ਦੁਆਬਾ, ਮਾਝਾ, ਮੁਲਤਾਨ ਜਾਂ ਮਗਧ ਜੀ। ਤਾਂ ਜਿਵੇਂ ਕਿ ਆਪਾਂ ਪੜ੍ਹਿਆ ਹੀ ਹੈ ਜੀ, ਇਸ ਦੇ ਵਿੱਚ ਆਏਗਾ ਮਗਧ ਜੀ। ਮਗਧ ਦਾ ਜਿਹੜਾ ਇਲਾਕਾ ਹੈ ਉਹ ਪੰਜ ਦਰਿਆਵਾਂ ਦੇ ਨਾਲ ਸੰਬੰਧ ਜਿਹੜਾ ਹੈ ਇਸ ਦੇ ਵਿੱਚ ਨਹੀਂ ਦੱਸਿਆ ਗਿਆ ਸੀ। ਅੱਗੇ ਹੈ ਜੀ ਪ੍ਰਸ਼ਨ ਨੰਬਰ 94। ਗ੍ਰੀਅਰਸਨ ਨੇ ਪੰਜਾਬੀ ਭਾਸ਼ਾ ਬਾਰੇ ਕਿਸ ਭ੍ਰਾਂਤੀ ਨੂੰ ਪੈਦਾ ਕੀਤਾ। ਲਹਿੰਦੀ ਪੰਜਾਬੀ ਦਾ ਨਿਗਰ ਅੰਗ ਹੈ, ਇਹ ਲਾਸਟ ਦੇ ਵਿੱਚ ਗੱਲ ਕੀਤੀ ਗਈ ਸੀ। ਉਸਦੇ ਲਹਿੰਦੇ ਪਾਸੇ ਦੀ ਬੋਲੀ ਨੂੰ ਪੰਜਾਬੀ ਵਿੱਚੋਂ ਕੱਢ ਦਿੱਤਾ ਗਿਆ। ਰੋਪੜ ਤਹਿਸੀਲ ਪੰਜਾਬ ਦਾ ਹਿੱਸਾ ਨਹੀਂ। ਪੰਜਾਬੀ ਬੋਲੀ ਨੂੰ 4 ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਜੀ। ਤਾਂ ਬਿਲਕੁਲ ਆਪਾਂ ਲਾਸਟ ਇਹਨਾਂ ਦੇ ਵਿੱਚ ਗੱਲ ਕੀਤੀ ਸੀ। ਲਾਸਟ ਜਿਹੜਾ ਪਹਿਰਾ ਰਚਨਾ ਦਾ ਭਾਗ ਸੀ ਉਸ ਦੇ ਵਿੱਚ ਆਪਾਂ ਪੜ੍ਹਿਆ ਹੀ ਹੈ ਜੀ। ਤਾਂ ਇਸ ਦਾ ਆਨਸਰ ਆਏਗਾ ਜੀ ਫਿਰ ਦੂਸਰਾ ਆਪਸ਼ਨ ਜੀ। ਗ੍ਰੀਅਰਸਨ ਉਸਦੇ ਲਹਿੰਦੇ ਪਾਸੇ ਦੀ ਬੋਲੀ ਨੂੰ ਪੰਜਾਬੀ ਵਿੱਚੋਂ ਕੱਢ ਦਿੱਤਾ ਜੀ। ਉਸਦੇ ਭ੍ਰਾਂਤੀ ਇੱਕ ਪੈਦਾ ਜਿਹੜੀ ਕੀਤੀ ਹੈ ਜੀ। ਪ੍ਰਸ਼ਨ ਨੰਬਰ 95 ਦੇਖੋ। ਇਸ ਪਹਿਰੇ ਵਿੱਚ ਕਿਸ ਕਵੀ ਦੀਆਂ ਸ਼ੀਰਫੀਆਂ ਦਾ ਜ਼ਿਕਰ ਆਇਆ ਜੀ। ਬਿਲਕੁਲ ਲਾਸਟ ਲਾਈਨ ਦੇ ਵਿੱਚ ਗੱਲ ਕੀਤੀ ਗਈ ਸੀ ਇਸ ਦੀ। ਠੀਕ ਹੈ ਜੀ, ਕਿਸ ਦੀ ਗੱਲ ਕੀਤੀ ਗਈ ਸੀ। ਹੈਦਰ ਅਲੀ ਦੀ ਸ਼ੀਰਫੀਆਂ ਦੀ ਗੱਲ ਕੀਤੀ ਗਈ ਸੀ। ਬਿਲਕੁਲ ਲਾਸਟ ਦੇ ਵਿੱਚ ਗੱਲ ਕੀਤੀ ਗਈ ਸੀ ਜੀ, ਇਹ ਤੁਹਾਨੂੰ ਯਾਦ ਹੀ ਹੋਏਗਾ। ਤਾਂ ਇਹ ਪੈਰਾਗ੍ਰਾਫ ਕੀ ਹੈ ਜੀ, ਬਸ ਇਕਾਗਰਤਾ ਦੀ ਮੰਗ ਕਰਦਾ ਹੈ ਕਿ ਕਿਸੇ ਸਟੂਡੈਂਟ ਨੇ ਕਿਸ ਨੂੰ ਕਿਸ ਤਰੀਕੇ ਨਾਲ ਇਕਾਗਰਚਿਤ ਹੋ ਕੇ ਪੂਰੇ ਧਿਆਨ ਨਾਲ ਪੜ੍ਹਿਆ ਹੈ ਤਾਂ ਇੱਕ ਗੱਲ ਜਿਹੜੀ ਹੈ ਯਾਦ ਹੋ ਜਾਂਦੀ ਹੈ। ਹਾਂਜੀ, ਪੂਰਬੀ ਪੰਜਾਬ ਦੇ ਕਿਹੜੇ ਹਿੱਸਿਆਂ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਜੀ। ਪੂਰਬੀ ਪੰਜਾਬ ਦੀ ਗੱਲ ਵੀ ਇਹਦੇ ਵਿੱਚ ਆਈ ਸੀ। ਰੋਪੜ ਤੇ ਖਰੜ, ਪੋਠੋਹਾਰ ਤੇ ਜੰਗ, ਮਾਲਵਾ ਤੇ ਦੁਆਬਾ, ਰੋਪੜ ਤੇ ਮਾਝਾ ਜੀ। ਤਾਂ ਇਹ ਪਹਿਲੇ ਪੇਜ ਦੇ ਜਿਹੜਾ ਹੈ ਬਿਲਕੁਲ ਅਖੀਰ ਲਾਈਨ ਦੇ ਵਿੱਚ ਗੱਲ ਆਈ ਸੀ ਜੀ। ਰੋਪੜ ਅਤੇ ਖਰੜ ਵਿੱਚ ਪੰਜਾਬੀ ਜਿਹੜੀ ਹੈ ਬੋਲੀ ਜਾਂਦੀ ਹੈ, ਪੂਰਬੀ ਪੰਜਾਬ ਦੇ। ਠੀਕ ਹੈ। ਪ੍ਰਸ਼ਨ ਨੰਬਰ 97 ਦੇਖੋ। ਇਸ ਮੁਲਕ ਦੀਆਂ ਹੱਦਾਂ ਬਦਲਦੀਆਂ ਆਈਆਂ ਹਨ, ਵਾਕ ਵਿੱਚ ਇਸ ਕੀ ਹੈ ਜੀ। ਤਾਂ ਵਿਆਕਰਣ ਨਾਲ ਜੁੜਿਆ ਹੋਇਆ ਜਿਹੜਾ ਹੈ ਜੀ ਇਹ ਮੁਲਕ ਜਿਹੜਾ ਹੈ ਜੀ ਆਪਾਂ ਨੂੰ ਪਤਾ ਹੈ ਕਿ ਨਾਮ ਹੋ ਗਿਆ, ਉਸ ਦੇ ਨਾਲ ਜਿਹੜਾ ਹੈ ਜੀ ਸ਼ਬਦ ਲੱਗਿਆ ਹੋਇਆ ਜੀ। ਠੀਕ ਹੈ, ਉਸ ਦੀ ਵਿਸ਼ੇਸ਼ਤਾ ਦੱਸ ਰਿਹਾ ਜੀ ਕਿ ਇਹ ਮੁਲਕ, ਠੀਕ ਹੈ, ਨਿਸ਼ਚੈਵਾਚਕ ਵਿਸ਼ੇਸ਼ਣ ਹੈ ਜੀ ਇਸਦਾ। ਤਾਂ ਇਹਦੇ ਵਿੱਚ ਫਿਰ ਕਿਹੜਾ ਆਨਸਰ ਹੋਇਆ ਜੀ, ਦੂਸਰਾ ਆਪਸ਼ਨ ਵਿਸ਼ੇਸ਼ਣ ਜੀ। ਠੀਕ ਹੈ, ਅਜਿਹੇ ਕੁਐਸਚਨ ਵਾਰ-ਵਾਰ ਪੇਪਰ ਦੇ ਵਿੱਚ ਆ ਜਾਂਦੇ ਆ। ਪ੍ਰਸ਼ਨ ਨੰਬਰ 98 ਦੇਖੋ। ਕਿਹੜਾ ਦਰਿਆ ਅੱਜ ਹੋਂਦ ਵਿੱਚ ਨਹੀਂ ਜੀ। ਤਾਂ ਪਹਿਰਾ ਰਚਨਾ ਦੇ ਅਨੁਸਾਰ ਹੀ ਆਪਾਂ ਇਸ ਦਾ ਆਨਸਰ ਦੇਣਾ ਜੀ। ਜਿਵੇਂ ਕਿ ਗੱਲ ਕੀਤੀ ਗਈ ਸੀ ਗੋਦਾਵਰੀ, ਜੇਹਲਮ, ਸੁਰਸਤੀ ਤੇ ਅਟਕ ਜੀ। ਤਾਂ ਇਸ ਦੇ ਵਿੱਚ ਜਿਹੜਾ ਹੱਦ ਵਿੱਚ ਹੋਂਦ ਵਿੱਚ ਨਹੀਂ ਹੈ ਜੀ ਉਹ ਕੀ ਹੈ ਜੀ, ਸੁਰਸਤੀ ਜੀ ਜਾਂ ਸੁਰਸਤੀ। ਤੀਸਰਾ ਆਪਸ਼ਨ ਇਸ ਦਾ ਸਹੀ ਆਨਸਰ ਹੈ। ਪ੍ਰਸ਼ਨ ਨੰਬਰ 99 ਦੇਖਦੇ ਹਾਂ ਆਪਾਂ। ਸੁਰਸਤੀ ਨਦੀ ਕਿੱਥੇ ਵਗਦੀ ਹੈ। ਸਤਲੁਜ ਤੇ ਜਮਨਾ ਵਿਚਕਾਰ ਵਗਦੀ ਸੀ, ਰਾਵੀ ਤੇ ਬਿਆਸ ਦਰਮਿਆਨ ਵਗਦੀ ਸੀ, ਗੰਗਾ ਤੇ ਜਮਨਾ ਦਰਮਿਆਨ ਵਗਦੀ ਸੀ, ਸਤਲੁਜ ਅਤੇ ਗੋਦਾਵਰੀ ਦਰਮਿਆਨ ਵਗਦੀ ਸੀ। ਹਾਂਜੀ, ਇਹ ਪਹਿਰਾ ਰਚਨਾ ਦੇ ਬਿਲਕੁਲ ਲਗਭਗ ਦੂਸਰੇ ਭਾਗ ਦੇ ਵਿੱਚ ਜਿਹੜੀ ਗੱਲ ਕੀਤੀ ਗਈ ਸੀ। ਇਸ ਦਾ ਸਹੀ ਆਨਸਰ ਆਏਗਾ ਜੀ ਸਤਲੁਜ ਅਤੇ ਜਮਨਾ ਵਿਚਕਾਰ ਇਹ ਵਗਦੀ ਸੀ ਜੀ। ਠੀਕ ਹੈ, ਬਿਲਕੁਲ ਆਪਾਂ ਨੂੰ ਯਾਦ ਹੈ, ਪੜ੍ਹਿਆ ਵੀ ਸੀ, ਆਪਾਂ ਸਮਝਿਆ ਵੀ ਸੀ। ਅੱਗੇ ਚੱਲਦੇ ਹਾਂ ਜੀ। ਇੱਕ ਕਵਿਤਾ ਹੈ ਆਪਣੇ ਕੋਲੇ। ਪ੍ਰਸ਼ਨ ਨੰਬਰ 100 ਤੋਂ ਲੈ ਕੇ 105 ਤੱਕ ਉਸਦੇ ਪ੍ਰਸ਼ਨ ਹੋਣਗੇ ਜੀ। ਉਸਦੇ ਆਪਾਂ ਉੱਤਰ ਦੇਣ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਇਸ ਕਵਿਤਾ ਨੂੰ ਪੜ੍ਹਾਂਗੇ, ਉਸਦੇ ਭਾਵਾਂ ਨੂੰ, ਉਸਦੇ ਵਿੱਚ ਵਿਚਾਰਾਂ ਨੂੰ, ਉਸਦੇ ਵਿੱਚ ਕਲਪਨਾ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਫਿਰ ਉਸਦੇ ਸਹੀ ਉੱਤਰ ਆਪਾਂ ਦੇ ਪਾਵਾਂਗੇ। ਕਮ ਦਿਲਾਂ ਨੂੰ ਦਿਲ ਨਪਰਿਆਂ ਪਰ ਦਈ, ਯਾ ਖੁਦਾ ਸਭ ਬੇਕਰਾਂ ਨੂੰ ਕਰ ਦਈ। ਹਰ ਸੁਹਾਗਣ ਦਾ ਰਹੇ ਜਿੰਦਾ ਸੁਹਾਗ, ਉਮਰ ਲੰਘਦੀ ਜਾ ਰਹੀ ਨੂੰ ਵਰ ਦਈ। ਤੋਤਲੇ ਬੋਲਾਂ ਦਾ ਰਾਖਾ ਖੁਦ ਬਣੀ, ਖੌਫ ਹਰ ਕਾਤਲ ਦੇ ਸੀਨੇ ਪਰ ਦਈ। ਹਰ ਸਿਪਾਹੀ ਪਰਤ ਆਵੇ ਜੰਗ ਚੋਂ, ਖਾਕ ਚਿਹਰੇ ਫਿਰ ਰੋਸ਼ਨ ਕਰ ਦੇਈ ਜੀ। ਬਹੁਤ ਸੋਹਣੀ ਕਵਿਤਾ ਹੈ ਜੀ। ਇਹਦੇ ਵਿੱਚ ਸਾਰਿਆਂ ਨੂੰ ਤੰਦਰੁਸਤੀਆਂ ਤੇ ਸਿਹਤਯਾਬੀ ਦੀ ਗੱਲ ਕੀਤੀ ਗਈ ਹੈ ਅਤੇ ਸਾਰਿਆਂ ਨੂੰ ਘਰ ਦੇਣ ਦੀ ਗੱਲ ਕੀਤੀ ਗਈ ਹੈ। ਸਾਰੇ ਸੁਹਾਗਣਾਂ ਦੇ ਸੁਹਾਗ ਨੂੰ ਜੀ, ਉਹਨਾਂ ਦੀ ਉਮਰ ਜਾਂ ਨੂੰ ਜਿੰਦਾ ਰੱਖਣ ਦੀ ਗੱਲ ਕੀਤੀ ਗਈ ਹੈ ਜੀ। ਫੌਜ ਵਿੱਚ ਜਿਹੜੇ ਗਏ ਹੋਏ ਆ ਜੀ ਉਹ ਸਾਰੇ ਫੌਜੀਆਂ ਦੀ ਤੰਦਰੁਸਤੀ ਦੀ ਵੀ ਇਸ ਵਿੱਚ ਗੱਲ ਕੀਤੀ ਗਈ ਹੈ। ਤਾਂ ਇਹਦੇ ਵਿੱਚ ਆਪਾਂ ਸਮਝਣ ਦੀ ਗੱਲ ਕੀਤੀ ਹੈ ਜੀ। ਇਸ ਦੇ ਵਿੱਚ ਆਪਾਂ ਫਿਰ ਪ੍ਰਸ਼ਨਾਂ ਨੂੰ ਹੱਲ ਕਰਦੇ ਹਾਂ। ਪ੍ਰਸ਼ਨ ਹੈ ਜੀ 100 ਨੰਬਰ। ਉਮਰ ਲੰਘਦੀ ਜਾ ਰਹੀ ਨੂੰ ਵਰ ਦਈ।
ਕੀ ਹੈ ਜੀ? ਦੂਸਰਾ ਮਿਸਰਾ, ਪਹਿਲਾ ਮਿਸਰਾ, ਰਦੀਫ, ਮਤਲਾ ਜੀ। ਤਾਂ ਦੇਖੋ ਜੀ, ਇਹ ਜਿਹੜੀ ਗਜ਼ਲ ਦੇ ਕੁਛ ਤੱਤ ਹੁੰਦੇ ਆ, ਠੀਕ ਹੈ, ਤਾਂ ਉਸ ਦੇ ਵਿੱਚ ਇਹ ਕੁਛ ਗੱਲਾਂ ਸਮਝਣ ਵਾਲੀਆਂ ਹੁੰਦੀਆਂ ਜੀ, ਮਿਸਰਾ ਤੇ ਰਦੀਫ ਤੇ ਮਤਲਾ ਜੀ, ਠੀਕ ਹੈ। ਤਾਂ ਇਸ ਦੇ ਵਿੱਚ ਆਪਾਂ ਦੇਖਦੇ ਹਾਂ, ਇੱਥੇ ਗੱਲ ਕੀਤੀ ਗਈ ਹੈ ਜੀ, ਉਮਰ ਲੰਘਦੀ ਜਾ ਰਹੀ ਨੂੰ ਵਰ ਦੇਂ ਜੀ। ਤਾਂ ਇਹ ਕੀ ਹੈ ਜੀ? ਫਿਰ ਦੂਸਰਾ ਮਿਸਰਾ ਜੀ, ਠੀਕ ਹੈ ਜੀ। ਤਾਂ ਇਸ ਦੇ ਵਿੱਚ ਜਿਹੜਾ ਥਿਊਰੀ ਦਾ ਜਿਹੜਾ ਆਪਣਾ ਪੇਡ ਗਰੁੱਪ ਚੱਲਦਾ ਹੈ ਜੀ, ਉਸ ਦੇ ਵਿੱਚ ਇਹ ਮਿਸਰਾ, ਰਦੀਫ, ਮਤਲਾ ਇਹ ਇੱਕ ਇੱਕ ਚੀਜ਼ ਡਿਟੇਲ ਦੇ ਵਿੱਚ ਜਿਹੜੀ ਕਰਵਾਈ ਜਾਂਦੀ ਹੈ, ਤਾਂ ਕਿ ਸਟੂਡੈਂਟਸ ਨੂੰ ਵਧੀਆ ਤਰੀਕੇ ਦੀ ਤਿਆਰੀ ਹੋ ਜਾਵੇ ਜੀ, ਠੀਕ ਹੈ। ਰਦੀਫ ਕਿਹੜਾ ਹੁੰਦਾ ਜੀ? ਇੱਕ ਮੈਂ ਤੁਹਾਨੂੰ ਦੱਸ ਹੀ ਦੇਵਾਂ ਕਿ ਜਿਵੇਂ ਕਿ ਸ਼ਬਦਾਂ ਦੇ ਪਿੱਛੇ ਕੋਈ ਜਿਹੜਾ ਹੈ, ਜਦੋਂ ਤੁਕ ਖਤਮ ਹੁੰਦੀ ਹੈ, ਤਾਂ ਉਹਨਾਂ ਦੇ ਵਿੱਚ ਕੋਈ ਜਿਹੜਾ ਸ਼ਬਦਾਂ ਦਾ ਜਿਵੇਂ ਆਪਣੇ ਦੁਹਰਾਓ ਹੁੰਦਾ, ਜਿਵੇਂ ਇੱਥੇ ਦੇਖੋ ਵਾਰ-ਵਾਰ ਸ਼ਬਦ ਆ ਰਿਹਾ ਦਹੀਂ, 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 ਠੀਕ ਹੈ ਜੀ, ਇਸ ਨੂੰ ਰਦੀਫ ਕਿਹਾ ਜਾਂਦਾ ਹੈ। ਇਹ ਗਜ਼ਲ ਦੇ ਕੁਝ ਤੱਤ ਹੈ ਜੀ। ਹਾਂਜੀ, ਅੱਗੇ ਹੈ ਜੀ ਪ੍ਰਸ਼ਨ ਆਪਣਾ 101 ਨੰਬਰ, ਕਮ ਦਿਲਾਂ ਨੂੰ ਦਿਲ ਨਪਰਿਆਂ ਪਰ ਦਹੀਂ, ਜਾਂ ਖੁਦਾ ਸਭ ਬੇਕਰਾਂ ਨੂੰ ਕਰ ਦੇਈਂ ਜੀ। ਉਪਰੋਕਤ ਕਾਵ ਅੰਸ਼ ਹੈ ਜੀ, ਕੀ ਅੰਸ਼ ਹੈ ਜੀ? ਤਾਂ ਇਹਦੇ ਵਿੱਚ ਕੀ ਹੈ ਜੀ? ਮਤਲਾ ਇਸ ਦੇ ਵਿੱਚ ਕਿਹਾ ਗਿਆ ਜੀ। ਇਸ ਦਾ ਆਨਸਰ ਆਏਗਾ ਜੀ ਫੋਰਥ, ਮਤਲਾ, ਠੀਕ ਹੈ ਜੀ। ਇਹ ਵੀ ਗਜ਼ਲ ਦੇ ਤੱਤ ਹੈ ਜੀ। ਉਸ ਤੋਂ ਬਾਅਦ ਹੈ, ਤੋਤਲੇ ਬੋਲਾਂ ਦਾ ਰਾਖਾ ਖੁਦ ਬਣੀ, ਸਤਰ ਵਿੱਚ ਰਾਖਾ ਕਿਸ ਨੂੰ ਕਿਹਾ ਗਿਆ ਜੀ? ਪਤੀ ਨੂੰ, ਖੁਦਾ ਨੂੰ, ਸਿਪਾਹੀ ਨੂੰ ਜਾਂ ਸੁਹਾਗਣ ਨੂੰ ਜੀ। ਬਿਲਕੁਲ ਆਪਾਂ ਨੂੰ ਸਪਸ਼ਟ ਇੱਥੇ ਸਮਝ ਆ ਰਹੀ ਸੀ, ਖੁਦਾ ਨੂੰ ਜਿਹੜਾ ਹੈ ਜੀ ਰਖਵਾਲਾ ਕਿਹਾ ਗਿਆ ਜੀ, ਜਾਂ ਰਾਖਾ ਕਿਹਾ ਗਿਆ। ਪ੍ਰਸ਼ਨ ਨੰਬਰ 103 ਦੇਖਦੇ ਹਾਂ, ਸੁਹਾਗਣ ਦਾ ਵਿਪਰੀਤ ਸ਼ਬਦ ਕੀ ਹੈ ਜੀ? ਵਿਪਰੀਤ ਮਤਲਬ ਵਿਰੋਧੀ ਸ਼ਬਦ ਜੀ, ਜਿਸ ਦਾ ਮੁਕਲਾਵਾ ਨਾ ਹੋਇਆ ਹੋਵੇ, ਔਰਤ, ਵਿਧਵਾ ਜਾਂ ਵਿਆਹੀ ਵਰੀ ਜੀ। ਤਾਂ ਬਿਲਕੁਲ ਇਸ ਦਾ ਵਿਰੋਧੀ ਸ਼ਬਦ ਹੈ ਜੀ ਵਿਧਵਾ। ਅੱਗੇ ਹੈ ਜੀ ਪ੍ਰਸ਼ਨ ਨੰਬਰ 104, ਕਵਿਤਾ ਵਿੱਚ ਸਿਪਾਹੀ ਦਾ ਸੰਬੰਧ ਕਿਸ ਨਾਲ ਦੱਸਿਆ ਗਿਆ ਹੈ ਜੀ? ਦੇਖੋ ਇਸ ਵਿੱਚ ਕਵਿਤਾ ਸ਼ਬਦ ਲਿਖਿਆ ਗਿਆ ਜੀ, ਇੱਥੇ ਗਜ਼ਲ ਹੋਣਾ ਚਾਹੀਦਾ ਸੀ। ਇਹ ਜਿਹੜੀ ਹੈ ਜੀ ਜਾਦਰ, ਮਕਤਾ, ਮਤਲਾ, ਰਦੀਫ, ਕਾਫੀਆਂ, ਇਹ ਗਜ਼ਲ ਦੇ ਅੰਗ ਹੁੰਦੇ ਆ, ਠੀਕ ਹੈ। ਅੱਗੇ ਹੈ ਜੀ, ਆਪਾਂ ਗੱਲ ਕੀਤੀ ਹੈ ਸਿਪਾਹੀ ਦਾ ਸੰਬੰਧ ਕਿਸ ਨਾਲ ਹੈ ਜੀ? ਪਤਨੀ ਨਾਲ, ਪਿਤਾ ਨਾਲ, ਰੋਸ਼ਨੀ ਨਾਲ ਜਾਂ ਜੰਗ ਨਾਲ ਜੀ। ਤਾਂ ਬਿਲਕੁਲ ਇਸ ਦੇ ਲਾਸਟ ਦੇ ਵਿੱਚ ਗੱਲ ਕੀਤੀ ਗਈ ਸੀ, ਇਸ ਦਾ ਜਿਹੜਾ ਹੈ ਜੀ ਸੰਬੰਧ ਜੰਗ ਦੇ ਨਾਲ ਹੈ। ਅੱਗੇ ਚੱਲਦੇ ਹਾਂ ਜੀ, ਇੱਕ ਖਾਸ ਜਿਹੜੇ ਤੁਹਾਡੇ ਲਈ ਜਾਣਕਾਰੀ ਹੈ ਕਿ ਜਿਹੜੇ ਸਟੂਡੈਂਟਸ ਸੀਟੈਟ ਦੀ ਕੋਚਿੰਗ ਲੈਣਾ ਚਾਹੁੰਦੇ ਆ ਜੀ ਆਨਲਾਈਨ ਪੇਡ ਗਰੁੱਪ ਦੇ ਵਿੱਚ, ਜੇ ਤੁਸੀਂ ਏਟੀਟੀ ਕੀਤੀ ਹੋਈ ਹੈ ਜੀ, ਪੇਪਰ ਫਸਟ ਦੀ ਤਿਆਰੀ ਕਰਨੀ ਹੈ, ਜਾਂ ਤੁਸੀਂ ਬੀਐਡ ਕੀਤੀ ਹੈ ਜੀ, ਪੇਪਰ ਸੈਕੰਡ ਟੈਟ ਦੀ ਤਿਆਰੀ ਕਰਨੀ ਹੈ ਜੀ, ਤੁਹਾਡਾ ਕੰਪੀਟੀਸ਼ਨ ਚਾਹੇ ਐਸਐਸਟੀ ਹੈ ਚਾਹੇ ਮੈਥ ਸਾਇੰਸ ਹੈ ਜੀ, ਤਾਂ ਸਾਵਲ ਕਲਾਸਿਸ ਦੇ ਇਹਨਾਂ ਕੰਟੈਕਟ ਨੰਬਰ ਦੇ ਉੱਪਰ ਤੁਸੀਂ ਜਿਹੜਾ ਹੈ ਜੀ ਗੱਲਬਾਤ ਕਰਕੇ ਆਪਣੀ ਜਿਹੜੀ ਹੈ ਸੀਟ ਬੁੱਕ ਕਰਵਾ ਸਕਦੇ ਹੋ, ਔਰ ਜਲਦੀ ਤੋਂ ਜਲਦੀ ਆਨਲਾਈਨ ਪੇਡ ਗਰੁੱਪ ਜਿਹੜਾ ਹੈ ਘਰ ਬੈਠੇ ਹੀ ਜਿਹੜੀ ਹੈ ਜੁਆਇਨ ਕਰਕੇ ਇੱਕ ਤਿਆਰੀ ਨੂੰ ਇੱਕ ਚੰਗੇ ਲੈਵਲ ਦੇ ਉੱਪਰ ਲੈ ਕੇ ਜਾ ਸਕਦੇ ਹੋ, ਜੋ ਕਿ ਤੁਹਾਡੇ ਸਫਲ ਹੋਣ ਦੇ ਵਿੱਚ ਬਹੁਤ ਫਾਇਦੇਮੰਦ ਹੋਏਗੀ ਜੀ। ਹਾਂਜੀ, ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 105 ਦੇ ਉੱਪਰ, ਇਹ ਟੁਕੜੀ ਦਾ ਕਾਵ ਰੂਪ ਕੀ ਹੈ ਜੀ? ਗੀਤ ਹੈ, ਨਜ਼ਮ ਹੈ, ਗਜ਼ਲ ਹੈ ਜਾਂ ਰੁਬਾਈ ਹੈ ਜੀ। ਤਾਂ ਇਹ ਵੀ ਕੁਝ ਕਾਵ ਰੂਪ ਦੇ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ, ਜੋ ਕਿ ਸਾਹਿਤ ਦੇ ਪਦ ਰੂਪ ਦੇ ਵਿੱਚ ਹੈ ਜੀ। ਸਾਹਿਤ ਦੇ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ, ਦੋ ਰੂਪ ਹੁੰਦੇ ਆ ਜੀ, ਪਦ ਤੇ ਗਦ ਜੀ। ਹੁਣ ਇਹ ਪਦ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ, ਗੀਤ, ਨਜ਼ਮ, ਗਜ਼ਲ, ਰੁਬਾਈ, ਤੇ ਗਦ ਵਿੱਚ ਵਾਰਤਕ ਦੇ ਸਾਰੇ ਭਾਗ ਆ ਜਾਂਦੇ ਆ, ਜਿਵੇਂ ਕਿ ਕਹਾਣੀ, ਨਾਟਕ, ਨਿਬੰਧ, ਲੇਖ ਰਚਨਾ, ਰੇਡੀਓ ਨਾਟਕ, ਵਿਆਕਰਣ, ਠੀਕ ਹੈ, ਸਫ਼ਰਨਾਮਾ ਆਦਿ ਆਦਿ ਗਦ ਦੇ ਭਾਗ ਹੁੰਦੇ ਆ। ਤਾਂ ਇਹਦੇ ਵਿੱਚ ਜਿਵੇਂ ਕਿ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਹੁਣੇ ਲਾਸਟ ਲੈਕਚਰ ਦੇ ਲਾਸਟ ਪ੍ਰਸ਼ਨ ਦੇ ਵਿੱਚ, ਕਿ ਕਵਿਤਾ ਸ਼ਬਦ ਦੀ ਥਾਂ ਤੇ ਕੀ ਹੈ ਜੀ ਗਜ਼ਲ ਸ਼ਬਦ ਹੋਣਾ ਚਾਹੀਦਾ ਸੀ। ਤਾਂ ਬਿਲਕੁਲ ਇਸ ਦਾ ਜਿਹੜਾ ਕਾਵ ਰੂਪ ਹੈ ਜੀ ਉਹ ਕੀ ਹੈ ਜੀ? ਗਜ਼ਲ ਹੈ ਜੀ। ਠੀਕ ਹੈ, ਜਿਵੇਂ ਕਿ ਦੱਸਿਆ ਸੀ ਤੁਹਾਨੂੰ ਮੈਂ ਕਿ ਇਹ ਜਿਹੜੇ ਤੱਤ ਹੁੰਦੇ ਆ ਜੀ ਗਜ਼ਲ ਦੇ, ਜਿਵੇਂ ਕਿ ਰਦੀਫ, ਕਾਫੀਆ, ਠੀਕ ਹੈ, ਇਹ ਗਜ਼ਲ ਦੇ ਤੱਤ ਹੁੰਦੇ ਆ।
ਤਾਂ ਇਸ ਦਾ ਫਿਰ ਪ੍ਰਸ਼ਨ ਦਾ ਆਂਸਰ ਕੀ ਹੈ ਜੀ 105 ਦਾ 3 ਨੰਬਰ ਆਪਸ਼ਨ ਜੀ ਗਜ਼ਲ। ਅੱਗੇ ਦੇਖਦੇ ਹਾਂ ਜੀ ਪ੍ਰਸ਼ਨ ਨੰਬਰ 106 ਪੜ੍ਹਨ ਕੌਸ਼ਲ ਨਹੀਂ ਹੈ ਜੀ। ਹਾਂਜੀ, ਇਹਨਾਂ ਦੇ ਵਿੱਚ ਕੋਈ ਪੜ੍ਹਨ ਕੌਸ਼ਲ ਨਹੀਂ ਹੈ। ਦੇਖਦੇ ਹਾਂ ਸਿਰਜਣਾਤਮਕਤਾ, ਕਾਲਪਨਿਕ, ਪ੍ਰਗਤੀਸ਼ੀਲ ਜਾਂ ਸੁਵਿਚਾਰਿਤ ਜੀ। ਤਾਂ ਪੜ੍ਹਨ ਕੌਸ਼ਲ ਨਹੀਂ ਹੈ, ਕਿਸ ਦੇ ਨਾਲ ਸੰਬੰਧ ਨਹੀਂ ਹੈ ਜੀ? ਸੁਵਿਚਾਰਿਤ ਜੀ, ਡੈਲੀਬਰੇਟ ਕਰਨਾ। ਠੀਕ ਹੈ, ਇਹ ਪੜ੍ਹਨ ਕੌਸ਼ਲ ਨਹੀਂ ਹੈ। ਮਤਲਬ ਸੁਵਿਚਾਰ ਜਿਹੜਾ ਹੈ ਜੀ ਬੋਲਣ ਕੌਸ਼ਲ ਦੇ ਨਾਲ ਜਿਹੜਾ ਹੈ ਵਿਚਾਰ ਕਰਨਾ। ਠੀਕ ਹੈ, ਇਹ ਬੋਲਣ ਕੌਸ਼ਲ ਦੇ ਨਾਲ ਹੋ ਸਕਦਾ ਹੈ। ਉਸ ਤੋਂ ਬਾਅਦ ਚੱਲਦੇ ਹਾਂ ਆਪਾਂ 107 ਨੰਬਰ ਕੁਐਸਚਨ ਦੇ ਉੱਪਰ। ਇਹ ਪੈਡਾਗੋਗੀ ਦੇ ਕੁਐਸਚਨ ਸ਼ੁਰੂ ਹੋਏ ਆ ਜੀ। ਪੈਡਾਗੋਗੀ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅਧਿਆਪਨ ਦਾ ਅਧਿਐਨ ਜੀ। ਇਸ ਦਾ ਬਹੁਤ ਸਾਰੇ ਜਿਵੇਂ ਕਿ ਵਿਸਥਾਰ ਰੂਪ ਦੇ ਵਿੱਚ ਇਸ ਦਾ ਸਿਲੇਬਸ ਹੈ ਜੀ। ਜਿਵੇਂ ਕਿ ਸੀਟੈਟ ਦੇ ਵਿੱਚ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਦੇਖੀਏ ਤਾਂ ਸਿਰਫ 7 ਜਾਂ 8 ਟੌਪਿਕ ਹੀ ਉਸ ਦੇ ਵਿੱਚ ਜਿਹੜੇ ਦੱਸੇ ਹੁੰਦੇ ਆ। ਪਰ ਜਿਹੜੇ ਸਾਵਲ ਕਲਾਸ ਦੇ ਵਿੱਚ ਆਪਾਂ ਜਿਹੜੇ ਕਰਾਂਗੇ ਜੀ ਪੇਡ ਗਰੁੱਪ ਦੇ ਵਿੱਚ, ਉਹ ਘੱਟੋ ਘੱਟ 20-21 ਟੌਪਿਕ ਕਰਾਂਗੇ। ਠੀਕ ਹੈ, ਇੰਨੇ ਸਾਰੇ ਟੌਪਿਕ ਜਦੋਂ ਆਪਾਂ ਕਰਾਂਗੇ, ਉਹਨਾਂ ਦੀ ਥਿਊਰੀ ਕਰਾਂਗੇ, ਉਹਨਾਂ ਦੇ MCQs ਕਰਾਂਗੇ, ਤਾਂ ਫਿਰ ਆਪਣੀ ਤਿਆਰੀ ਇੱਕ ਜਿਹੜੀ ਹੈ ਚੰਗੇ ਲੈਵਲ ਦੇ ਉੱਪਰ ਪਹੁੰਚ ਜਾਂਦੀ ਹੈ। ਫਿਰ ਕੁਐਸਚਨ ਕਿਧਰੋਂ ਵੀ ਆ ਜਾਣ, ਫਿਰ ਆਪਾਂ ਉਸ ਕੁਐਸਚਨ ਦਾ ਸਹੀ ਉੱਤਰ ਦੇਣ ਦੇ ਕਾਬਿਲ ਹੋ ਜਾਂਦੇ ਹਾਂ ਜੀ। ਹਾਂਜੀ, ਪ੍ਰਸ਼ਨ ਹੈ ਜੀ ਇਹਨਾਂ ਵਿੱਚੋਂ ਕਿਹੜਾ ਵਿਸਤ੍ਰਿਤ ਪਾਠ ਨਾਲ ਸੰਬੰਧਿਤ ਨਹੀਂ ਹੈ ਜੀ। ਹਾਂਜੀ, ਜਿਵੇਂ ਕਿ ਵਿਆਪਕ ਪਾਠ ਜੋ ਇਹਨਾਂ ਦੀ ਆਪਾਂ ਗੱਲ ਕਰਦੇ ਹਾਂ, ਟੌਪਿਕ ਹੈ ਜੀ ਆਪਣਾ, ਉਸ ਟੌਪਿਕ ਦੇ ਵਿੱਚੋਂ ਲਿਆ ਗਿਆ ਜੀ। ਇਸ ਨਾਲ ਪੜ੍ਹਨ ਦਾ ਮਹਾਂ ਆਨੰਦ ਆਉਂਦਾ ਹੈ। ਇਹ ਡੂੰਘੀ ਸਮਝ ਲਈ ਹਰ ਨਿੱਕੇ ਨੰਨੇ ਵੇਰਵੇ ਦੀ ਪੜਤ ਵਿੱਚ ਮਦਦ ਕਰਦੀ ਹੈ ਜੀ। ਨਿੱਕੇ ਨੰਨੇ ਜੀ ਮਤਲਬ ਛੋਟੇ ਤੋਂ ਛੋਟੇ ਵੇਰਵੇ ਦੀ ਪੜਤ ਵਿੱਚ ਮਦਦ ਕਰਦੀ ਹੈ। ਇਹ ਭਾਸ਼ਾ ਦੀ ਸਿਖਲਾਈ ਨੂੰ ਵਧਾਉਂਦੀ ਹੈ। ਇਹ ਪੜਤ ਪਾਠ ਦੀ ਸਮੁੱਚੀ ਸਮਝ ਲਈ ਹੈ ਜੀ। ਠੀਕ ਹੈ, ਤਾਂ ਇਸ ਦਾ ਆਂਸਰ ਕੀ ਆਏਗਾ ਜੀ? ਵਿਸਤ੍ਰਿਤ ਪਾਠ ਕੀ ਹੁੰਦਾ ਹੈ ਜੇ ਨਹੀਂ ਹੈ ਜੀ, ਜਿਹੜਾ ਨਹੀਂ ਦੀ ਗੱਲ ਕੀਤੀ ਹੈ, ਤਾਂ ਇਸ ਦਾ ਆਂਸਰ ਆਏਗਾ ਜੀ ਦੂਸਰਾ। ਇਹ ਡੂੰਘੀ ਸਮਝ ਲਈ ਹਰ ਨਿੱਕੀ ਨੰਨੇ ਵੇਰਵੇ ਦੀ ਪੜਤ ਵਿੱਚ ਮਦਦ ਕਰਦੀ ਹੈ। ਤਾਂ ਬਰੀਕੀ ਦੇ ਵਿੱਚ ਜਦੋਂ ਗੱਲ ਕੀਤੀ ਜਾਂਦੀ ਤਾਂ ਫਿਰ ਉਹ ਵਿਸਥਾਰ ਰੂਪ ਦੇ ਵਿੱਚ ਪਾਠ ਨਾਲ ਸੰਬੰਧਿਤ ਨਹੀਂ ਹੋਵੇਗਾ ਜੀ। ਉਹ ਫਿਰ ਕਿਸ ਨਾਲ ਸੰਬੰਧਿਤ ਹੋਵੇਗਾ? ਸੂਖਮ ਪਾਠ ਨਾਲ ਜੀ। ਸੂਖਮ ਹੁੰਦਾ ਬਰੀਕੀ ਦੇ ਨਾਲ। ਅੱਗੇ ਹੈ ਜੀ ਪ੍ਰਸ਼ਨ ਨੰਬਰ 108 ਲਿਖਤ ਯਾਨੀ ਕਿ ਲਿਖਣਾ ਕੌਸ਼ਲ ਦੀ ਪਹੁੰਚ ਪ੍ਰਕਿਰਿਆ ਦਾ ਕੇਂਦਰ ਹੈ ਜੀ। ਠੀਕ ਹੈ, ਜਦੋਂ ਪ੍ਰੋਸੈਸ ਦੇ ਵਿੱਚ ਜਿਹੜੇ ਚੱਲ ਰਿਹਾ ਹੁੰਦਾ ਲਿਖਤ ਦੀ, ਤਾਂ ਉਸ ਦਾ ਕੇਂਦਰ ਕੀ ਹੈ ਜੀ? ਸਿਰਫ ਪ੍ਰਕਿਰਿਆ, ਸਿਰਫ ਵਸਤੂ, ਪ੍ਰਕਿਰਿਆ ਅਤੇ ਵਸਤੂ ਦੋਵੇਂ, ਸੁਲੇਖ ਦੀ ਵਰਤੋਂ ਜੀ। ਤਾਂ ਇਸ ਦਾ ਆਂਸਰ ਆਏਗਾ ਜੀ ਪ੍ਰਕਿਰਿਆ ਅਤੇ ਵਸਤੂ ਦੋਵੇਂ। ਮਤਲਬ ਲਿਖਣ ਦੇ ਵਿੱਚ ਇੱਕ ਤਾਂ ਪ੍ਰਕਿਰਿਆ ਚੱਲ ਰਹੀ ਹੈ ਔਰ ਇੱਕ ਕੀ ਹੈ ਲਿਖਤੀ ਰੂਪ ਦੇ ਵਿੱਚ ਕੋਈ ਨਾ ਕੋਈ ਪ੍ਰੋਡਕਟ ਜਾਂ ਵਸਤੂ ਵੀ ਤਿਆਰ ਹੋ ਰਿਹਾ ਜੀ। ਠੀਕ ਹੈ, ਉਸਨੂੰ ਆਪਾਂ ਕੀ ਕਹਿੰਦੇ ਨੇ ਜੀ? ਪਹੁੰਚ ਪ੍ਰਕਿਰਿਆ ਦਾ ਕੇਂਦਰ। ਪ੍ਰਸ਼ਨ ਨੰਬਰ 109 ਦੇਖੋ। ਭਾਸ਼ਾ ਦੇ ਪਾਠਕ੍ਰਮ ਵਿੱਚ ਸਾਹਿਤ ਨੂੰ ਸ਼ਾਮਿਲ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਪੱਖ ਸਭ ਤੋਂ ਘੱਟ ਮਹੱਤਵਪੂਰਨ ਹੈ ਜੀ? ਨੈਗੇਟਿਵ ਦੇਖਣਾ ਆਪਾਂ। ਇਹ ਸਿਰਫ ਸੁਣਨ ਤੇ ਬੋਲਣ ਕਲਾ ਨੂੰ ਵਿਸਤ੍ਰਿਤ ਕਰਦਾ ਹੈ। ਹੁਣ ਇੱਥੇ ਸਿਰਫ ਦੀ ਗੱਲ ਕੀਤੀ ਗਈ ਹੈ ਜੀ, ਸੁਣਨ ਤੇ ਬੋਲਣ ਦੀ। ਹੋ ਸਕਦਾ ਹੈ ਇਹ। ਅੱਗੇ ਦੇਖਦੇ ਹਾਂ। ਇਹ ਇੱਕ ਪ੍ਰਮਾਣਿਕ ਸਮੱਗਰੀ ਹੈ ਜੀ। ਇਹ ਵੀ ਮਹੱਤਵਪੂਰਨ ਹੈ। ਇਹ ਵਿਦਿਆਰਥੀਆਂ ਲਈ ਦੂਸਰੇ ਸੱਭਿਆਚਾਰ ਨੂੰ ਸਮਝਣ ਵਿੱਚ ਸਹਾਇਕ ਹੁੰਦਾ ਹੈ ਜੀ। ਬਿਲਕੁਲ ਸਹੀ ਹੈ ਜੀ। ਇਹ ਵਿਦਿਆਰਥੀਆਂ ਨੂੰ ਉਹਨਾਂ ਦਾ ਵਿਅਕਤੀਗਤ ਪ੍ਰਤੀਕਰਮ ਦੇਣ ਲਈ ਉਤਸ਼ਾਹਿਤ ਕਰਦਾ ਹੈ ਜੀ। ਬਿਲਕੁਲ ਜੀ, ਇਹਨਾਂ ਦੇ ਵਿੱਚ ਜਿਹੜਾ ਵਿਅਕਤੀਗਤ ਉਹਨਾਂ ਦੀ ਸੋਚ ਸਮਝ ਦੇ ਵਿੱਚ ਵੀ ਜਿਹੜਾ ਹੈ ਵਾਧਾ ਕਰਦਾ ਹੈ ਜੀ। ਤਾਂ ਇਸ ਦੇ ਵਿੱਚ ਸਭ ਤੋਂ ਘੱਟ ਜਿਹੜਾ ਮਹੱਤਵਪੂਰਨ ਹੈ ਜੀ, ਉਹ ਫਿਰ ਹੋਏਗਾ ਆਪਣੇ ਕੋਲੇ ਪਹਿਲਾ ਆਪਸ਼ਨ ਜੀ। ਇਹ ਸਿਰਫ ਸੁਣਨ ਤੇ ਬੋਲਣ ਕਲਾ ਨੂੰ ਵਿਕਸਿਤ ਕਰਦਾ ਹੈ ਜੀ। ਇਹ ਘੱਟ ਮਹੱਤਵਪੂਰਨ ਹੈ। ਪ੍ਰਸ਼ਨ ਨੰਬਰ 110 ਦੇਖੋ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਜੀ? ਵਿਸ਼ਰਾਮ ਚਿੰਨ੍ਹ ਕਿਸੇ ਵਾਕ ਦੇ ਅਰਥ ਵਿੱਚ ਬਦਲਾਅ ਕਰਦੇ ਹਨ ਜੀ। ਬਿਲਕੁਲ ਸਹੀ ਜੀ। ਜਦੋਂ ਵਿਸ਼ਰਾਮ ਚਿੰਨ੍ਹ ਦਾ ਪ੍ਰਯੋਗ ਠੀਕ ਢੰਗ ਨਾਲ ਨਾ ਕੀਤਾ ਜਾਵੇ ਤਾਂ ਉਸਦੇ ਅਰਥਾਂ ਵਿੱਚ ਬਦਲਾਅ ਆ ਜਾਂਦਾ ਹੈ। ਬਿਲਕੁਲ ਸਹੀ ਹੈ। ਵਿਸ਼ਰਾਮ ਚਿੰਨ੍ਹ ਦੀ ਵਰਤੋਂ ਨਾਲ ਕਿਸੇ ਵਾਕ ਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਜੀ। ਇਹ ਸਹੀ ਨਹੀਂ ਲੱਗ ਰਿਹਾ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਦੇਖਦੇ ਹਾਂ ਵਿਸ਼ਰਾਮ ਚਿੰਨ੍ਹ ਕਿਸੇ ਪਾਠ ਦੀ ਸੁਹਜ ਸਿਰਜਣਾ ਦਾ ਸਹਾਈ ਹੁੰਦੇ ਆ ਜੀ। ਨਹੀਂ ਜੀ, ਇਹ ਵੀ ਸਹੀ ਨਹੀਂ ਹੈ। ਵਿਸ਼ਰਾਮ ਚਿੰਨ੍ਹ ਪਾਠ ਦੀ ਪੜ੍ਹਤ ਦੀ ਰਵਾਨੀ ਵਿੱਚ ਰੁਕਾਵਟ ਪੈਦਾ ਕਰਦਾ ਜੀ। ਨਹੀਂ ਜੀ, ਰੁਕਾਵਟ ਨਹੀਂ ਪੈਦਾ ਕਰਦਾ।
ਤੇ ਇਸ ਦੇ ਵਿੱਚ ਸਿਰਫ ਇੱਕ ਹੀ ਆਪਸ਼ਨ ਜਿਹੜੀ ਸਹੀ ਹੈ ਜੀ, ਵਿਸ਼ਰਾਮ ਚਿੰਨ੍ਹ ਕਿਸੇ ਵਾਕ ਦੇ ਅਰਥ ਵਿੱਚ ਬਦਲਾਅ ਕਰਦੇ ਹਨ ਜੀ, ਆਪਸ਼ਨ ਨੰਬਰ ਪਹਿਲਾ ਜੀ। ਅੱਗੇ ਚਲਦੇ ਹਾਂ ਜੀ ਪ੍ਰਸ਼ਨ ਨੰਬਰ 111 ਦੇ ਉੱਪਰ। ਵਿਦਿਆਰਥੀਆਂ ਦੀ ਲਿਖਤ ਦੇ ਮੁਲਾਂਕਣ ਦਾ ਸਭ ਤੋਂ ਮਹੱਤਵਪੂਰਨ ਕੇਂਦਰ ਹੋਣਾ ਚਾਹੀਦਾ ਜੀ, ਕਿਹੜਾ ਕੇਂਦਰ ਹੋਣਾ ਚਾਹੀਦਾ ਜੀ? ਸਹੀ ਸ਼ਬਦ ਜੋੜ ਅਤੇ ਵਿਆਕਰਣ। ਠੀਕ ਹੈ, ਇੱਥੇ ਲਿਖਤ ਦੀ ਗੱਲ ਕੀਤੀ ਜਾ ਰਹੀ ਹੈ। ਸਹੀ ਸ਼ਬਦ ਜੋੜ ਤੇ ਵਿਆਕਰਣ ਜੀ, ਵਿਚਾਰਾਂ ਦੀ ਅਭਿਵਿਅਕਤੀ, ਸ਼ਬਦਾਂ ਦੀ ਗਿਣਤੀ ਨਿਰਧਾਰਿਤ ਕਰਨਾ, ਲਿਖਣ ਸਮੇਂ ਮੁਹਾਵਰੇ ਤੇ ਅਖੌਤਾਂ ਦੀ ਵਰਤੋਂ। ਤਾਂ ਇਸ ਦੇ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਦੀ ਗੱਲ ਕੀਤੀ ਗਈ ਹੈ। ਮਹੱਤਵਪੂਰਨ ਤਾਂ ਚਾਰ ਹੀ ਹੈ, ਪਰ ਇਹਨਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਕੀ ਹੈ ਉਹ ਪੁੱਛਿਆ ਗਿਆ ਜੀ। ਤਾਂ ਸਭ ਤੋਂ ਮਹੱਤਵਪੂਰਨ ਕੀ ਹੈ? ਵਿਚਾਰਾਂ ਦੀ ਅਭਿਵਿਅਕਤੀ। ਮਤਲਬ ਉਹ ਉਹਨਾਂ ਦੇ ਮਨ ਦੇ ਵਿੱਚ ਪਹਿਲਾਂ ਵਿਚਾਰ ਹੋਣੇ ਚਾਹੀਦੇ, ਫਿਰ ਹੀ ਉਹ ਆਪਣੇ ਜਿਹੜੀ ਉਸ ਦੇ ਵਿੱਚ ਜਿਹੜੀ ਕਲਪਨਾ ਹੈ ਜਾਂ ਲਿਖਣ ਦਾ ਢੰਗ ਤਰੀਕਾ ਹੈ ਜਾਂ ਉਹਦੇ ਵਿੱਚ ਜਿਹੜੇ ਵਿਚਾਰ ਹੈ ਜੀ, ਉਹ ਠੀਕ ਢੰਗ ਨਾਲ ਜਿਹੜਾ ਹੈ ਜੀ ਉਹ ਆਪਣੀ ਫਿਰ ਪਹਿਚਾਣ ਕਰਵਾ ਪਾਏਗਾ ਜਾਂ ਆਪਣਾ ਮੁਲਾਂਕਣ ਜਿਹੜਾ ਹੈ ਜੀ ਦੇ ਪਾਏਗਾ ਜੀ। ਠੀਕ ਹੈ, ਆਪਣੀ ਜਿਹੜੀ ਹੈ ਯੋਗਤਾ ਦਾ ਮਤਲਬ ਚੰਗਾ ਜਿਹੜਾ ਹੈ ਜੀ ਉਹ ਨਿਭਾ ਕਰ ਪਾਏਗਾ। ਅੱਗੇ ਚਲਦੇ ਹਾਂ ਜੀ ਪ੍ਰਸ਼ਨ ਨੰਬਰ 112। NCF 2005 ਦੇ ਨਿਰਦੇਸ਼ਕ ਸਿਧਾਂਤਾਂ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਾਮਿਲ ਨਹੀਂ ਹੈ ਜੀ? ਠੀਕ ਹੈ, ਤਾਂ NCF 2005 ਇਹਦੇ ਬਾਰੇ ਵੀ ਤੁਹਾਨੂੰ ਥੋੜਾ ਬਹੁਤ ਗਿਆਨ ਹੋਣਾ ਚਾਹੀਦਾ ਜੀ। ਤਾਂ ਇਸ ਦੇ ਵਿੱਚ ਪੜ੍ਹਦੇ ਆਪਾਂ, ਸਕੂਲ ਤੋਂ ਬਾਹਰ ਜੀਵਨ ਨਾਲ ਗਿਆਨ ਨੂੰ ਜੋੜਨਾ ਨਹੀਂ ਜਿਹੜਾ ਹੈ ਉਹ ਪਾਲਣਾ ਆਪਾਂ। ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਸਿੱਖਿਆ ਰੂੜੀਵਾਦੀ ਵਿਧੀਆਂ ਤੋਂ ਹਟ ਕੇ ਰਹੇ। ਠੀਕ ਹੈ, ਰੂੜੀਵਾਦੀ ਤੋਂ ਹਟ ਕੇ ਰਹੇ ਜੀ, ਬਿਲਕੁਲ ਸਹੀ ਹੈ। ਪਾਠਕ੍ਰਮ ਪਾਠ ਪੁਸਤਕ ਆਧਾਰੀ ਹੋਣਾ ਚਾਹੀਦਾ ਜੀ। ਜਿਹੜਾ ਪਾਠਕ੍ਰਮ ਹੈ, ਸਿਲੇਬਸ ਹੈ, ਉਹ ਪਾਠਕ੍ਰਮ ਆਧਾਰਿਤ ਹੋਣਾ ਚਾਹੀਦਾ ਜੀ, ਇਹ ਨਹੀਂ ਹੋਣਾ ਚਾਹੀਦਾ। ਠੀਕ ਹੈ, ਕਿਉਂਕਿ ਇਸ ਨਾਲ ਬੱਚਿਆਂ ਦਾ ਜਿਹੜਾ ਹੈ ਜੀ ਸਰਵਪੱਖੀ ਵਿਕਾਸ ਨਹੀਂ ਹੋਏਗਾ। ਸਿਰਫ ਬੱਚੇ ਨੂੰ ਕਿਤਾਬੀ ਕੀੜਾ ਨਹੀਂ ਬਣਾਉਣਾ। ਜਮਾਤ ਵਿੱਚ ਇਮਤਿਹਾਨਾਂ ਨੂੰ ਵਧੇਰੇ ਲਚੀਲਾ ਤੇ ਸੰਗਠਿਤ ਬਣਾਉਣਾ ਚਾਹੀਦਾ ਜੀ। ਤਾਂ ਇਸ ਦਾ ਆਨਸਰ ਆਏਗਾ ਜੀ ਫਿਰ ਤੀਸਰਾ ਆਪਸ਼ਨ ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 113 ਦੇਖੋ ਜੀ। ਉਹ ਬਿੰਬ ਜੋ ਕਿ ਕਿਸੇ ਵਾਪਰੀ ਘਟਨਾ ਦੀ ਤਥਾਤਮਕ ਸੂਚਨਾ ਨੂੰ ਬਿਆਨ ਕਰਦਾ ਹੈ। ਬਿੰਬ ਮਤਲਬ ਪਰਛਾਵਾਂ। ਠੀਕ ਹੈ, ਇਹ ਕਦੋਂ ਵਾਪਰੀ, ਕਿੱਥੇ ਵਾਪਰੀ ਜਾਂ ਉਸਦੀ ਉਤੇਜਨਾ ਦੇ ਫਲਸਰੂਪ ਕਾਰਜ ਕਿਵੇਂ ਸੰਪੰਨ ਹੋਇਆ ਨੂੰ ਕੀ ਕਹਿੰਦੇ ਹਨ ਜੀ? ਠੀਕ ਹੈ, ਇੱਥੇ ਬਿੰਬ ਦਾ ਮਤਲਬ ਆਪਾਂ ਕਹਿ ਰਹੇ ਹਾਂ ਵੀ ਜਿਸ ਦੇ ਬਾਰੇ ਆਪਾਂ ਨੂੰ ਪਤਾ ਲੱਗੇ, ਕੋਈ ਪਰਛਾਵਾਂ ਉਹਦੀ, ਬਿਲਕੁਲ ਉਹਦਾ ਆਪਾਂ ਕਹਿ ਸਕਦੇ ਹਾਂ ਕਿ ਸਪੈਕਟਰਮ। ਠੀਕ ਹੈ, ਇਸ ਨੂੰ ਆਪਾਂ ਕੀ ਕਵਾਂਗੇ ਜੀ? ਪ੍ਰੋਜੈਕਟ ਵਰਕ, ਅਸਾਈਨਮੈਂਟ, ਐਨੇਕਡੋਟਲ ਰਿਕਾਰਡ, ਰੇਟਿੰਗ ਸਕੇਲ ਜੀ। ਇਸ ਨੂੰ ਕਹਾਂਗੇ ਆਪਾਂ ਫਿਰ ਤੀਸਰਾ ਆਪਸ਼ਨ ਜੀ, ਐਨੇਕਡੋਟਲ ਰਿਕਾਰਡ ਜੀ। ਠੀਕ ਹੈ, ਇਹ ਯਾਦ ਰੱਖਿਓ। ਅੱਗੇ ਹੈ ਜੀ ਪ੍ਰਸ਼ਨ ਨੰਬਰ 114। ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਮੁੱਖਤਾ ਪ੍ਰਮਾਣ ਹੈ ਜੋ ਇਹ ਦਰਸਾਉਂਦਾ ਹੈ ਕਿ ਵਿਦਿਆਰਥੀ ਦੀ ਭਾਸ਼ਾ ਵਿੱਚ ਕੀ ਕਾਰਗੁਜ਼ਾਰੀ ਹੈ ਜੀ? ਠੀਕ ਹੈ, ਇਮਤਿਹਾਨ ਵਿੱਚ ਪ੍ਰਾਪਤ ਅੰਕ, ਵਿਦਿਆਰਥੀਆਂ ਵੱਲੋਂ ਲਿਖਣ ਤੇ ਬੋਲਣ ਲਈ ਵਰਤੀ ਗਈ ਭਾਸ਼ਾ, ਰਾਸ਼ਟਰੀ ਪਾਠਕ੍ਰਮ ਅਤੇ ਪਾਠ ਪ੍ਰਣਾਲੀ ਦੀ ਸਮਝ, ਭਾਸ਼ਾਈ ਟੀਚੇ ਅਤੇ ਉਦੇਸ਼ ਬਾਰੇ ਜਾਣਨਾ ਜੀ। ਹਾਂਜੀ, ਕਿਹੜਾ ਪੁਖਤਾ ਪ੍ਰਮਾਣ ਹੈ ਜੋ ਦਰਸਾਉਂਦਾ ਹੈ ਕਿ ਵਿਦਿਆਰਥੀਆਂ ਦੀ ਭਾਸ਼ਾ ਵਿੱਚ ਕੀ ਕਾਰਗੁਜ਼ਾਰੀ ਹੈ? ਮਤਲਬ ਭਾਸ਼ਾ ਦਾ ਪ੍ਰਯੋਗ ਉਹ ਕਿਸ ਢੰਗ ਨਾਲ ਕਰ ਰਿਹਾ ਜਾਂ ਨਹੀਂ ਕਰ ਰਿਹਾ ਜੀ। ਤਾਂ ਇਸ ਦਾ ਸਹੀ ਆਨਸਰ ਆਏਗਾ ਜੀ ਦੂਸਰਾ ਆਪਸ਼ਨ, ਵਿਦਿਆਰਥੀਆਂ ਵੱਲੋਂ ਲਿਖਣ ਅਤੇ ਬੋਲਣ ਲਈ ਵਰਤੀ ਗਈ ਭਾਸ਼ਾ। ਮਤਲਬ ਉਹ ਲਿਖਣ ਦੇ ਵਿੱਚ ਵੱਧ ਤੋਂ ਵੱਧ ਆਪਣੇ ਵਿਚਾਰਾਂ ਨੂੰ ਕਿਸ ਢੰਗ ਨਾਲ ਸ਼ੁੱਧ ਅਤੇ ਸਪਸ਼ਟ ਰੂਪ ਦੇ ਵਿੱਚ ਪੇਸ਼ ਕਰਦਾ ਹੈ, ਤੇ ਬੋਲਣ ਦੇ ਵਿੱਚ ਵੀ ਆਪਣੀ ਜਿਹੜੀ ਭਾਸ਼ਾ ਦਾ ਉਹਦਾ ਲੈਵਲ ਕੀ ਹੈ ਜੀ, ਇਹ ਉਸਦੀ ਪ੍ਰਮੁੱਖਤਾ ਪ੍ਰਮਾਣ ਦਾ ਦਰਸਾਉਂਦਾ ਹੈ ਜੀ। ਅੱਗੇ ਚਲਦੇ ਹਾਂ ਪ੍ਰਸ਼ਨ ਨੰਬਰ 115 ਜੀ। ਵਾਇਗੋਤਸਕੀ, ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਿੱਖਿਆ ਮਨੋਵਿਗਿਆਨ ਦੇ ਵਿੱਚ ਵਾਇਗੋਤਸਕੀ ਤੇ ਉਸਦੀ ਥਿਊਰੀ ਬਹੁਤ ਹੀ ਵਿਸ਼ੇਸ਼ ਹੈ ਜੀ। ਤਾਂ ਇਹਨਾਂ ਦਾ ਵੀ ਕੋਈ ਕੁਐਸਚਨ ਜਿਹੜਾ ਹੈ ਜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਹੀ ਜਾਂਦਾ ਹੈ। ਸਾਈਕੋ ਦੇ ਵਿੱਚ ਵੀ ਆਉਂਦਾ ਹੈ ਜੀ, ਇੰਗਲਿਸ਼ ਦੇ ਵਿੱਚ ਵੀ ਆ ਸਕਦਾ ਹੈ, ਹਿੰਦੀ ਦੇ ਵਿੱਚ ਵੀ ਆ ਸਕਦਾ ਹੈ ਤੇ ਪੰਜਾਬੀ ਦੇ ਵਿੱਚ ਵੀ ਆ ਸਕਦਾ ਹੈ ਜੀ। ਇਹਨਾਂ ਦੀ ਥਿਊਰੀ ਤੁਹਾਨੂੰ ਬਿਲਕੁਲ ਚੰਗੀ ਤਰੀਕੇ ਨਾਲ ਯਾਦ ਹੋਣੀ ਚਾਹੀਦੀ ਹੈ। ਤਾਂ ਵੈਗੋਤਸਕੀ ਦੇ ਸਕੈਫੋਲਡਿੰਗ ਹਾਈਪੋਥੀਸਿਸ
ਅਨੁਸਾਰ ਇੱਕ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਭਾਸ਼ਾ ਵਿਦਿਆਰਥੀਆਂ ਨੂੰ ਜੋੜਿਆਂ ਅਤੇ ਸਮੂਹਾਂ ਵਿੱਚ ਕੰਮ ਕਰਨ ਦਾ ਮੌਕਾ ਪ੍ਰਦਾਨ ਕਰੇ। ਤਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਇਸ ਦਾ ਸਮਾਜਿਕ ਅੰਤਰ ਕਿਰਿਆ ਦਾ ਜਿਹੜਾ ਸਿਧਾਂਤ ਦਿੱਤਾ ਸੀ ਕਿ ਬੱਚੇ ਸਮਾਜਿਕ ਦੇ ਵਿੱਚ ਰਹਿ ਕੇ, ਜਾਂ ਆਪਾਂ ਇੱਥੇ ਗੱਲ ਕੀਤੀ ਹੈ ਸਮੂਹਾਂ ਦੇ ਵਿੱਚ ਰਹਿ ਕੇ ਹੀ ਕੀ ਹੈ ਜੀ, ਉਸ ਦਾ ਵਿਕਾਸ ਜਿਹੜਾ ਹੈ ਹੁੰਦਾ ਹੈ ਭਾਸ਼ਾ ਦਾ। ਤਾਂ ਉਸ ਦੇ ਅਨੁਸਾਰ ਆਪਾਂ ਇਹਨਾਂ ਦੀ ਆਪਸ਼ਨ ਦੇਖਦੇ ਹਾਂ ਕੀ ਹੋਣਾ ਚਾਹੀਦਾ ਜੀ ਆਨਸਰ। ਇਹ ਇੱਕ ਅਧਿਆਪਨ ਵਾਸਤੇ ਕਾਰਜ ਦੇ ਪ੍ਰਬੰਧਨ ਲਈ ਸੁਖਾਲਾ ਹੈ। ਨਹੀਂ ਜੀ, ਇਹ ਨਹੀਂ ਹੋਣਾ ਚਾਹੀਦਾ। ਵਿਦਿਆਰਥੀਆਂ ਵਿਚਕਾਰ ਆਪਸੀ ਚਰਚਾ ਅਧਿਆਪਕ ਨੂੰ ਤਣਾਅ ਮੁਕਤ ਕਰਨ ਵਿੱਚ ਸਹਾਇਕ ਹੁੰਦਾ ਹੈ ਜੀ। ਨਹੀਂ ਜੀ, ਇਹ ਵੀ ਸਹੀ ਨਹੀਂ ਹੈ। ਸਮਾਜਿਕ ਚਰਚਾ ਮੁੱਲਵਾਨ ਸਾਧਨ ਪ੍ਰਦਾਨ ਕਰਦੀ ਹੈ ਜਿਸ ਰਾਹੀਂ ਸਿਖਲਾਈ ਹੁੰਦੀ ਹੈ ਜੀ। ਹਾਂਜੀ, ਇਹ ਬਿਲਕੁਲ ਪੋਜ਼ਿਟਿਵ ਹੈ। ਦੇਖਦੇ ਹਾਂ ਬਾਕੀ ਚੌਥਾ ਆਪਸ਼ਨ। ਅਜਿਹੇ ਸਮਾਜਿਕ ਚਰਚਾ ਸਿਖਿਆਰਥੀਆਂ ਲਈ ਇੱਕ ਭਾਸ਼ਾ ਦੀ ਸਿਖਲਾਈ ਤੋਂ ਵਿਚਲਿਤ ਕਰਦੀ ਹੈ ਜੀ। ਵਿਚਲਿਤ ਮਤਲਬ ਨੈਗੇਟਿਵ ਕਰਦੀ ਹੈ ਜੀ। ਨਹੀਂ ਜੀ, ਇਸ ਦਾ ਸਹੀ ਆਨਸਰ ਹੈ ਜੀ ਤੀਸਰਾ ਆਪਸ਼ਨ ਹੋਣਾ ਚਾਹੀਦਾ ਹੈ ਜੀ। ਸਮਾਜਿਕ ਚਰਚਾ ਮੁੱਲਵਾਨ ਸਾਧਨ ਪ੍ਰਦਾਨ ਕਰਦੀ ਹੈ ਜਿਸ ਰਾਹੀਂ ਸਿਖਲਾਈ ਹੁੰਦੀ ਹੈ। ਮਤਲਬ ਇੱਕ ਬੱਚਾ ਹੈ ਜੀ, ਉਹ ਅਲੱਗ-ਅਲੱਗ ਬੱਚਿਆਂ ਦੇ ਨਾਲ ਜਾਂ ਸਮੂਹਾਂ ਦੇ ਨਾਲ ਜਿੰਨੀ ਗੱਲਬਾਤ ਕਰੇਗਾ, ਸਮਾਜਿਕ ਚਰਚਾ ਕਰੇਗਾ, ਉਨੇ ਹੀ ਉਹਨਾਂ ਦਾ ਜਿਹੜਾ ਹੈ ਜੀ ਗਿਆਨ ਜਿਹੜਾ ਹੈ, ਜਾਂ ਉਹਨਾਂ ਦੀ ਭਾਸ਼ਾ, ਠੀਕ ਹੈ, ਜਾਂ ਉਹਨਾਂ ਦੀ ਸਿਖਲਾਈ, ਜਾਂ ਉਹਨਾਂ ਦਾ ਅਧਿਗਮ ਹੈ, ਓਨਾ ਹੀ ਵਿਕਸਿਤ ਹੋਏਗਾ, ਓਨੀ ਹੀ ਉਸ ਦੇ ਵਿੱਚ ਵਿਕਾਸ ਜਿਹੜਾ ਹੈ ਆਏਗਾ ਜੀ, ਜਾਂ ਡਿਵੈਲਪਮੈਂਟ ਹੋਏਗੀ। ਪ੍ਰਸ਼ਨ ਨੰਬਰ 116 ਦੇਖਦੇ ਹਾਂ। ਭਾਸ਼ਾ ਦੀ ਪੜ੍ਹਾਈ ਵਿਚਲੀਆਂ, ਇੱਥੇ ਹੋ ਸਕਦਾ ਇੱਥੇ ਕੁਝ ਸ਼ਬਦਾਵਲੀ ਦੀ ਗਲਤੀ ਹੈ ਮੇਰੇ ਖਿਆਲ ਦੇ ਵਿੱਚ। ਪੜ੍ਹਾਈ ਵਿਚਲੀਆਂ ਮੁੱਢਲੀਆਂ ਧੁਨੀਆਂ ਅਤੇ ਉਹਨਾਂ ਦੇ ਮਿਸ਼ਰਣ ਦੀ ਬਜਾਏ ਸਧਾਰਨ ਵਾਕਾਂ ਤੋਂ ਸ਼ੁਰੂ ਹੁੰਦੀ ਹੈ। ਇਸ ਦਾ ਭਾਵ ਕੀ ਹੈ ਜੀ? ਹਾਂਜੀ, ਪੜ੍ਹਾਈ ਮਤਲਬ ਪੜ੍ਹਨਾ ਕੁਸ਼ਲ, ਇਸ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ। ਸੰਚਾਰ ਮੁਕੰਮਲ ਵਾਕਾਂ ਉੱਪਰ ਆਧਾਰਿਤ ਹੁੰਦਾ ਹੈ। ਉਚਾਰਨ ਦੀ ਭਾਸ਼ਾ ਦੀ ਗ੍ਰਹਿਣਸ਼ੀਲਤਾ ਵਿੱਚ ਕੋਈ ਥਾਂ ਨਹੀਂ ਹੈ। ਵਿਆਕਰਣ ਤੇ ਉਚਾਰਨ ਦੀ ਭਾਸ਼ਾ ਦੀ ਸਿਖਲਾਈ ਵਿੱਚ ਬਰਾਬਰ ਦੀ ਥਾਂ ਹੈ। ਵਿਆਕਰਣ ਸੰਚਾਰ ਦਾ ਇੱਕ ਮਹੱਤਵਪੂਰਨ ਆਧਾਰ ਹੈ ਜੀ। ਤਾਂ ਇਹਦੇ ਵਿੱਚ ਜਿਹੜੇ ਹੈ ਜੀ ਆਨਸਰ ਆਏਗਾ ਜੀ ਪਹਿਲਾ ਆਪਸ਼ਨ, ਸੰਚਾਰ ਮੁਕੰਮਲ ਵਾਕਾਂ ਉੱਪਰ ਆਧਾਰਿਤ ਹੁੰਦਾ ਹੈ ਜੀ। ਠੀਕ ਹੈ, ਜਿਹੜਾ ਸੰਚਾਰ ਹੈ ਮਤਲਬ ਆਪਾਂ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਕੋਈ ਸੁਨੇਹਾ ਦੇਣਾ ਹੈ, ਤਾਂ ਉਹ ਸੁਨੇਹਾ ਚਾਹੇ ਤਾਂ ਹੀ ਉਦੇਸ਼ਪੂਰਵਕ, ਜਾਂ ਆਪਾਂ ਗੱਲ ਕਰੀਏ ਕਿ ਉਦੇਸ਼ਪੂਰਨ ਹੋਏਗਾ ਜਾਂ ਕਿਸੇ ਦੇ ਸਮਝ ਵਿੱਚ ਆਏਗਾ ਜੇ ਉਸ ਦੇ ਵਿੱਚ ਮੁਕੰਮਲ ਵਾਕਾਂ ਉੱਪਰ ਆਧਾਰਿਤ ਹੁੰਦਾ ਹੈ ਜੀ। ਠੀਕ ਹੈ, ਇਹ ਕਰਦਾ ਜੀ ਉਸਦੀ ਪੜ੍ਹਨ ਦੀ ਕੌਸ਼ਲ ਦੇ ਵਿਕਾਸ ਦੇ ਵਿੱਚ ਜੀ। ਠੀਕ ਹੈ, ਪ੍ਰਸ਼ਨ ਨੰਬਰ 117 ਦੇਖਦੇ ਹਾਂ ਆਪਾਂ। 7ਵੀਂ ਜਮਾਤ ਦਾ ਅਧਿਆਪਕ ਦ੍ਰਿਸ਼ਾਂ ਰਾਹੀਂ ਸਿੱਖਣ ਵਾਲੇ ਵਿਦਿਆਰਥੀਆਂ ਲਈ YouTube ਦੀ ਵਰਤੋਂ ਕਰਦਾ ਹੈ। ਦੇਖੋ ਜੀ, ਬਿਲਕੁਲ ਲੇਟੈਸਟ ਟੌਪਿਕ ਹੈ ਜੀ। ਇਹਦੇ ਵਿੱਚ ਜਿਹੜਾ ਆਪਣਾ ਮਲਟੀਮੀਡੀਆ ਦਾ ਆਪਾਂ ਗੱਲ ਕਰੀਏ ਕਿ ਜਿਹੜਾ ਸਿੱਖਣ ਸਮੱਗਰੀ ਦਾ ਜਿਹੜਾ ਟੌਪਿਕ ਹੈ ਆਪਣਾ, ਉਸ ਦੇ ਵਿੱਚੋਂ ਇਹ ਨਵਾਂ ਜਿਹੜਾ ਹੈ ਜੀ ਕਨਸੈਪਟ ਆਇਆ, YouTube ਦੀ ਵਰਤੋਂ ਕਰਦਾ ਹੈ। ਸੁਣਨਸ਼ੀਲ ਸਿੱਖਿਆਰਥੀਆਂ ਲਈ ਸ਼੍ਰਵਣ ਮੂਲਕ ਰਿਕਾਰਡਿੰਗ ਦਾ ਇਸਤੇਮਾਲ ਕਰਦਾ ਹੈ ਅਤੇ ਗਤੀਬੋਧਕ, ਇੱਥੇ ਗਤੀ ਸ਼ਬਦ ਹੈ ਜੀ, ਤੱਤਾ ਕਰ ਲਓ। ਗਤੀਬੋਧਕ ਸਿੱਖਿਆਰਥੀਆਂ ਲਈ ਪ੍ਰਤੀਕਿਰਿਆਤਮਕ ਖੇਡਾਂ ਦੀ ਵਰਤੋਂ ਕਰਦਾ ਹੈ। ਸਮੁੱਚੇ ਮਲਟੀਮੀਡੀਆ ਦੀ ਵਰਤੋਂ ਰਾਹੀਂ ਅਧਿਆਪਕ ਸਿੱਖਿਆਰਥੀਆਂ ਦੀ ਕਿਹੜੀ ਲੋੜ ਪੂਰੀ ਕਰਦਾ ਹੈ ਜੀ? ਠੀਕ ਹੈ ਜੀ, ਅਜਿਹੇ ਕੁਐਸਚਨ ਵਾਰ-ਵਾਰ ਆ ਜਾਂਦੇ ਹੈ। ਤਾਂ ਇਸ ਦਾ ਆਪਾਂ ਆਪਸ਼ਨ ਦੇਖਦੇ ਹਾਂ, ਭਾਸ਼ਾਈ ਭਿੰਨਤਾ ਦੀ, ਸਿੱਖਿਆ ਸ਼ੈਲੀਆਂ ਦੀ, ਸਿੱਖਿਆ ਅਯੋਗਤਾਵਾਂ ਦੀ ਤੇ ਪ੍ਰਮਾਣਿਕ ਸਮੱਗਰੀ ਦੀ। ਤਾਂ ਇਸ ਦਾ ਆਨਸਰ ਆਏਗਾ ਜੀ ਦੂਸਰਾ ਆਪਸ਼ਨ, ਸਿੱਖਿਆ ਸ਼ੈਲੀਆਂ ਦੀ। ਮਤਲਬ ਉਹ ਜਿਹੜਾ ਹੈ ਜੀ ਬੱਚਿਆਂ ਨੂੰ ਅਲੱਗ-ਅਲੱਗ ਸ਼ੈਲੀਆਂ ਦੁਆਰਾ, ਸ਼ੈਲੀ ਹੁੰਦਾ ਢੰਗ ਜਾਂ ਤਰੀਕਾ, ਠੀਕ ਹੈ ਜੀ, ਤਾਂ ਅਲੱਗ-ਅਲੱਗ ਢੰਗ ਜਾਂ ਤਰੀਕਿਆਂ ਦੁਆਰਾ ਜੀ ਉਸ ਨੂੰ ਪੜ੍ਹਾ ਰਿਹਾ ਜੀ, ਉਹਨਾਂ ਦੀਆਂ ਗਿਆਨ ਇੰਦਰੀਆਂ ਦਾ ਵਿਕਾਸ ਕਰ ਰਿਹਾ ਜੀ, ਹਰ ਪੱਖੋਂ ਉਹਨਾਂ ਨੂੰ ਅਵੇਅਰ ਕਰ ਰਿਹਾ, ਉਹਨਾਂ ਦਾ ਸਰਬਪੱਖੀ ਵਿਕਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗੇ ਹੈ ਜੀ ਪ੍ਰਸ਼ਨ ਨੰਬਰ 118। ਭਾਸ਼ਾ ਵਿਗਿਆਨੀਆਂ ਦੇ ਦ੍ਰਿਸ਼ਟੀਕੋਣ ਅਨੁਸਾਰ ਭਾਸ਼ਾ ਦੇ ਇੱਕ ਅਧਿਆਪਕ ਨੂੰ ਬੱਚਿਆਂ ਦੀਆਂ ਗਲਤੀਆਂ ਵੇਖਣੀਆਂ ਚਾਹੀਦੀਆਂ ਹਨ ਜੀ। ਕਿਸ ਰੂਪ ਦੇ ਵਿੱਚ ਵੇਖਣੀਆਂ ਚਾਹੀਦੀਆਂ ਜੀ? ਸਿੱਖਿਆ ਵਿੱਚ ਇੱਕ ਰੁਕਾਵਟ ਵਜੋਂ? ਨਹੀਂ ਜੀ, ਸਿੱਖਿਆ ਦਾ ਇੱਕ ਹਿੱਸਾ ਜੋ ਚਿੰਤਨ ਦੀ ਦ੍ਰਿਸ਼ਟੀ
ਪ੍ਰਦਾਨ ਕਰਦਾ ਹੈ ਜੀ। ਹਾਂਜੀ, ਇਹ ਬਿਲਕੁਲ ਸਹੀ ਹੈ। ਅੱਗੇ ਦੇਖਦੇ ਹਾਂ, ਗਲਤੀਆਂ ਦੇ ਦੁਹਰਾਉਣ ਨੂੰ ਰੋਕਣ ਲਈ ਗਲਤੀਆਂ ਦੀ ਯਕਦਮ ਦਰੁਸਤੀ ਜੀ। ਯਕਦਮ ਮਤਲਬ ਇੱਕਦਮ ਮੌਕੇ ਦੇ ਉੱਪਰ ਦਰੁਸਤੀ। ਉਸ ਤੋਂ ਬਾਅਦ ਹੈ ਸਿਖਲਾਈ ਵਿੱਚ ਉਹਨਾਂ ਦੀ ਬੇਧਿਆਨੀ, ਜਿਸ ਉੱਪਰ ਫੌਰੀ ਧਿਆਨ ਦੇਣਾ ਚਾਹੀਦਾ। ਫੌਰੀ ਮਤਲਬ ਮੌਕੇ ਦੇ ਉੱਤੇ ਜੀ। ਉਹੀ ਗੱਲ ਆ ਗਈ ਯਕਦਮ ਜੀ। ਤਾਂ ਇਸ ਦੇ ਵਿੱਚ ਕੀ ਹੈ ਜੀ, ਭਾਸ਼ਾ ਵਿਗਿਆਨੀਆਂ ਦੇ ਅਨੁਸਾਰ ਆਪਾਂ ਇਹ ਜਵਾਬ ਜਿਹੜਾ ਆਂਸਰ ਦੇਣਾ ਜੀ, ਤਾਂ ਉਸਦਾ ਆਂਸਰ ਆਏਗਾ ਜੀ ਦੂਸਰਾ ਆਪਸ਼ਨ। ਠੀਕ ਹੈ ਜੀ। ਗਲਤੀਆਂ ਵੇਖਣਾ ਕੀ ਹੈ ਜੀ, ਸਿੱਖਿਆ ਦਾ ਇੱਕ ਹਿੱਸਾ ਹੈ ਜੋ ਚਿੰਤਨ ਦੀ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ ਜੀ। ਬੱਚਿਆਂ ਨੂੰ ਗਲਤੀਆਂ ਕਿਉਂ ਹੋਈਆਂ, ਕਿਵੇਂ ਉਹਦਾ ਕਾਰਨ ਹੈ। ਠੀਕ ਹੈ, ਕਦੇ ਬੱਚਿਆਂ ਨੂੰ ਉਹਨਾਂ ਦੀ ਕੋਈ ਅਲੱਗ-ਅਲੱਗ ਕੋਈ ਸਮੱਸਿਆ ਹੋ ਸਕਦੀ ਹੈ, ਅਲੱਗ-ਅਲੱਗ ਅਯੋਗਤਾਵਾਂ ਹੋ ਸਕਦੀਆਂ, ਅਜਿਹੀ ਗੱਲ ਵੱਲ ਧਿਆਨ ਜਿਹੜਾ ਹੋਣਾ ਚਾਹੀਦਾ ਹੈ ਜੀ। ਪ੍ਰਸ਼ਨ ਨੰਬਰ 119 ਦੇਖੋ, ਗਹਿਨ ਸ਼੍ਰਵਣਤਾ, ਇੰਟੈਂਸਿਵ ਲਿਸਨਿੰਗ ਜੀ, ਸੁਣਨ ਦੀ ਗੱਲ ਕੀਤੀ ਹੈ ਜੀ, ਕਿਸ ਦਾ ਸੂਚਕ ਹੈ? ਸਾਵਧਾਨੀ ਦੀ, ਸਬਰ ਦੀ, ਅਨੁਸ਼ਾਸਨ ਦੀ ਜਾਂ ਅਸਹਿਣਸ਼ੀਲਤਾ ਦੀ ਜੀ। ਤਾਂ ਇਸ ਦਾ ਆਂਸਰ ਆਏਗਾ ਜੀ ਬਿਲਕੁਲ ਸਹੀ ਹੈ ਜਿਹੜਾ ਫਸਟ ਆਪਸ਼ਨ ਜੀ। ਤਾਂ ਪੂਰਾ ਜਦੋਂ ਗਹਿਨ ਨਾਲ ਕੋਈ ਸੁਣ ਰਿਹਾ, ਜਿਹੜਾ ਸੁਣੇਗਾ ਤਾਂ ਉਹ ਸਾਵਧਾਨੀ ਨਾਲ ਸੁਣੇਗਾ, ਤਾਂ ਉਸਨੂੰ ਬਿਲਕੁਲ ਉਸਦਾ ਸੁਣੇ ਹੋਏ ਦਾ ਉਦੇਸ਼ ਜਾਂ ਉਸਦੇ ਵਿੱਚ ਵਿਚਾਰ ਕੀ ਹੈ ਜੀ, ਉਸਦੀ ਬਿਲਕੁਲ ਉਸਨੂੰ ਸਮਝ ਆਏਗੀ ਜੀ। ਠੀਕ ਹੈ, ਤਾਂ ਸਾਵਧਾਨੀ ਨਾਲ ਸੁਣਨਾ ਹੀ ਜਿਹੜਾ ਹੈ ਗਹਿਨ ਸ਼੍ਰਵਣਤਾ ਦਾ ਸੂਚਕ ਹੈ। ਪ੍ਰਸ਼ਨ ਨੰਬਰ 120 ਦੇਖੋ ਜੀ, ਇਹ ਇਸ ਪੇਪਰ ਦਾ ਲਾਸਟ ਕੁਐਸਚਨ ਹੈ। ਤਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਾਵਲ ਕਲਾਸ ਦੇ ਵਿੱਚ ਸੀਟੈਟ ਦੀ ਤਿਆਰੀ ਪੇਪਰ ਫਸਟ ਤੇ ਪੇਪਰ ਸੈਕੰਡ, ਯਾਨੀ ਕਿ ਸੀਟੈਟ ਫਸਟ ਤੇ ਸੀਟੈਟ 2 ਦੀ ਜਿਹੜੀ ਹੈ ਤਿਆਰੀ ਪੂਰੇ ਇੰਡੀਆ ਲੈਵਲ ਦੇ ਉੱਪਰ ਸ਼ੁਰੂ ਹੋ ਚੁੱਕੀ ਹੈ ਜੀ। ਜਿਹੜੇ ਵੀ ਸਾਥੀ ਸੀਟੈਟ ਦੀ ਤਿਆਰੀ ਕਰਨਾ ਚਾਹੁੰਦੇ ਆ ਜੀ, ਤਾਂ ਸਾਵਲ ਕਲਾਸ ਦੇ ਨਾਲ ਜੁੜ ਸਕਦੇ ਆ ਜੀ, ਔਰ ਘਰ ਬੈਠੇ ਹੀ ਲੋਕਡਾਊਨ ਦੇ ਵਿੱਚ ਐਸੇ ਹੀ ਤਰੀਕੇ ਨਾਲ ਬਿਲਕੁਲ ਵਧੀਆ ਤਰੀਕੇ ਨਾਲ ਤਿਆਰੀ ਕਰਕੇ, ਠੀਕ ਹੈ ਜੀ, ਆਪਣੇ ਜਿਹੜੇ ਗਿਆਨ ਦੇ ਵਿੱਚ ਵਾਧਾ ਕਰ ਸਕਦੇ ਹੋ ਜੀ। ਪ੍ਰਸ਼ਨ ਹੈ ਜੀ, ਮੂਕ ਪੜਤ ਮਤਲਬ ਚੁੱਪ ਹੋ ਕੇ ਪੜ੍ਹਨਾ, ਠੀਕ ਹੈ, ਰਾਹੀਂ ਸਿੱਖਿਆਰਥੀਆਂ ਜਿਹੜੇ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਸਭ ਤੋਂ ਘੱਟ ਗ੍ਰਹਿਣ ਕਰ ਸਕਦਾ ਹੈ ਜੀ? ਸਭ ਤੋਂ ਘੱਟ ਜੀ, ਸ਼ਬਦਾਵਲੀ ਕਰੇਗਾ ਜੀ, ਵਿਆਕਰਣ ਇਹ ਵੀ ਕਰੇਗਾ, ਬੋਲਣ ਕਲਾ ਦੇ ਵਿੱਚ, ਪੜ੍ਹਨ ਕਲਾ ਦੇ ਵਿੱਚ। ਜਦੋਂ ਬੱਚਾ ਚੁੱਪ ਹੋ ਕੇ ਪੜ੍ਹੇਗਾ, ਮੂਕ ਪੜਤ ਜੀ, ਫਿਰ ਉਸਦੀ ਬੋਲਣ ਦਾ ਜਿਹੜਾ ਹੈ ਉਸ ਦੇ ਕਲਾ ਦੇ ਵਿੱਚ ਵਿਕਾਸ ਨਹੀਂ ਹੋਏਗਾ ਜੀ। ਤਾਂ ਇਹ ਸਭ ਤੋਂ ਘੱਟ ਗ੍ਰਹਿਣਸ਼ੀਲ ਜਾਂ ਗ੍ਰਹਿਣਕਾਰ ਹੋਏਗਾ ਜੀ ਬੋਲਣ ਕਲਾ ਦੇ ਵਿੱਚ। ਤਾਂ ਠੀਕ ਸਾਥੀਓ ਜੀ, ਜੇ ਤੁਸੀਂ ਬੈਂਕ ਦੀ, ਐਸਐਸਸੀ ਦੀ ਜੀ, ਜਾਂ ਰੇਲਵੇ ਦੀ ਪੇਪਰ ਦੀ, ਜਾਂ ਪੋਸਟ ਆਫਿਸ, ਜਾਂ ਨੈਟ ਦੀ, ਜਾਂ ਪੀਐਸਟੈਟ ਦੀ, ਜਾਂ ਸੀਟੈਟ ਦੀ, ਜਾਂ ਪੰਜਾਬ ਗਵਰਨਮੈਂਟ ਜੌਬ ਦੀ, ਜਾਂ ਮਾਸਟਰ ਕੈਡਰ ਦੇ ਕਿਸੇ ਵੀ ਸਬਜੈਕਟ ਦੀ, ਠੀਕ ਹੈ, ਜਾਂ ਪੀਐਸਟੈਟ ਦੀ ਜਿਹੜੀ ਕੋਚਿੰਗ ਲੈਣਾ ਚਾਹੁੰਦੇ ਹੋ ਜੀ, ਤਾਂ ਸਾਵਲ ਕਲਾਸ ਦੇ ਵਿੱਚ ਜਲਦੀ ਤੋਂ ਜਲਦੀ ਜੁੜ ਕੇ ਤੁਸੀਂ ਇੱਕ ਵਧੀਆ ਪਲੇਟਫਾਰਮ ਹੈ ਜੀ, ਪੂਰੇ ਇੰਡੀਆ ਦੇ ਉੱਪਰ ਜਿਹੜਾ ਹੈ ਜੀ ਇਹਦੀ ਤਿਆਰੀ ਕਰਵਾਈ ਜਾਂਦੀ ਹੈ। ਤਾਂ ਤੁਸੀਂ ਇਸ ਦੇ ਵਿੱਚ ਤੁਸੀਂ ਆਪਣੀ ਜਿਹੜੀ ਤਿਆਰੀ ਸ਼ੁਰੂ ਕਰ ਸਕਦੇ ਹੋ ਜੀ। ਜੇ ਹੋਰ ਕਿਸੇ ਤਰੀਕੇ ਦਾ ਵੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂ ਸਾਵਲ ਕਲਾਸ ਦੇ ਇਹ ਨਵੇਂ ਨੰਬਰਾਂ ਦੇ ਉੱਪਰ ਤੁਸੀਂ ਜਿਹੜੀ ਇਹ ਜਾਣਕਾਰੀ ਹਾਸਲ ਕਰ ਸਕਦੇ ਹੋ ਜੀ। ਠੀਕ ਜੀ, ਕੱਲ ਮਿਲਦੇ ਹਾਂ ਆਪਾਂ ਫਿਰ ਇੱਕ ਨਵੇਂ ਪੇਪਰ ਦੇ ਨਾਲ, ਉਸ ਨੂੰ ਵੀ ਆਪਾਂ ਡਿਸਕਸ ਕਰਾਂਗੇ ਬਿਲਕੁਲ ਐਸੇ ਤਰੀਕੇ ਨਾਲ ਜੀ। ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ, ਤੁਹਾਨੂੰ ਜੀ ਵਧੀਆ ਲੱਗੇ, ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਚੈਨਲ ਸਬਸਕ੍ਰਾਈਬ ਵੀ ਕਰਨਗੇ ਜੀ, ਅਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਗੇ ਜੀ। ਠੀਕ ਜੀ, ਮਿਲਦੇ ਹਾਂ ਫਿਰ ਆਪਾਂ। ਥੈਂਕ ਯੂ ਵੈਰੀ ਮਚ।